ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। ਕੈਨੇਡਾ ਦੇ ਇਤਿਹਾਸ ਅਤੇ ਇਸ ਦੇ ਪੜਾਅ ਦਰ ਪੜਾਅ ਨਸਲਵਾਦ ਖਿਲਾਫ ਸੰਘਰਸ਼ ਦੀ ਗੱਲ ਕਰੀਏ ਤਾਂ ਅੱਜ ਦਾ ਇਤਿਹਾਸਕ ਦਿਨ ਬੜਾ ਮਹੱਤਵਪੂਰਨ ਹੈ। ਇਸੇ ਤਰ੍ਹਾਂ ਅਮਰੀਕਾ ਦੇ ਇਤਿਹਾਸ ਦੇ ਵਿੱਚ ਨਸਲਵਾਦ ਦੇ ਖਿਲਾਫ ਲੜਾਈ ਦੀ ਗੱਲ ਕਰੀਏ ਤਾਂ ਅੱਜ ਦੇ ਦਿਨ ਦੀ ਬੜੀ ਮਹੱਤਤਾ ਹੈ। ਦੋ ਅਹਿਮ ਘਟਨਾਵਾਂ ਕੈਨੇਡਾ ਦੇ ਇਤਿਹਾਸ ਵਿੱਚ ਇੱਕ ਗੱਲ ਜੁੜਦੀ ਹੈ ਕਿ ਅੱਜ ਦੇ ਦਿਨ ਭਾਵ 4 ਅਪ੍ਰੈਲ ਤੋਂ ਸੰਨ 1914 ਨੂੰ ਗੁਰੂ ਨਾਨਕ ਜਹਾਜ਼ ਕਾਮਾਗਾਟਾਮਾਰੂ ਜੋ ਕਿ ਕੈਨੇਡਾ ਲਈ ਰਵਾਨਾ ਹੋਇਆ ਅਤੇ ਇਹ ਇਤਿਹਾਸਕ ਦਿਨ ਰਵਾਨਗੀ ਦਾ ਹੈ ਕਿ ਉਸ ਜਹਾਜ਼ ਨੇ ਕੈਨੇਡਾ ਦੇ ਨਸਲਵਾਦੀ ਕਾਨੂੰਨਾਂ ਨੂੰ ਕਿਵੇਂ ਚੁਣੌਤੀ ਦਿੱਤੀ। ਅਤੇ ਜਦੋਂ ਅੱਜ ਉਸ ਗੱਲ ਨੂੰ ਅਸੀਂ ਯਾਦ ਕਰਦੇ ਹਾਂ ਤਾਂ ਸਾਡੇ ਅੱਗੇ ਕਈ ਸਵਾਲ ਵੀ ਖੜ੍ਹੇ ਹੁੰਦੇ ਨੇ ਕਿ ਨਸਲਵਾਦ ਅੱਜ ਵੀ ਕਈ ਰੂਪਾਂ 'ਚ ਬਰਕਰਾਰ ਹੈ ਅਤੇ ਕਿਵੇਂ ਅੱਜ ਜਿਸ ਸੰਘਰਸ਼ ਨੂੰ ਲੈ ਕੇ ਸਾਡੇ ਉਹ ਬਜ਼ੁਰਗ ਚੱਲੇ ਜਿਨ੍ਹਾਂ ਨੇ ਆਪਣੇ ਜਹਾਜ਼ ਰਾਹੀਂ ਇੱਥੇ ਪਹੁੰਚ ਕੇ ਆਪਣਾ ਸੰਘਰਸ਼ ਜਿਹੜਾ ਅੱਗੇ ਤੋਰਿਆ, ਕਿਵੇਂ ਜਹਾਜ਼ ਨੂੰ ਮੋੜਿਆ ਗਿਆ, ਕੈਨੇਡਾ ਦੇ ਨਸਲਵਾਦੀ ਕਾਨੂੰਨਾਂ ਨੂੰ ਕਿਵੇਂ ਚੁਣੌਤੀ ਦਿੱਤੀ, ਇਸ ਦਿਨ 'ਤੇ ਇਸ ਗੱਲ ਨੂੰ ਕਰਨਾ ਬੜਾ ਜ਼ਰੂਰੀ ਹੈ ਅਤੇ ਮੌਜੂਦਾ ਸਥਿਤੀਆਂ ਨੂੰ ਵਿਚਾਰਨਾ ਵੀ ਜ਼ਰੂਰੀ ਹੈ। ਇਸੇ ਤਰ੍ਹਾਂ ਮਾਰਟਨ ਲੂਥਰ ਕਿੰਗ ਜਿਹੜੇ ਕਿ ਮਹਾਨ ਜਿਹੜੇ ਘੁਲਾਟੀਏ ਮਨੁੱਖੀ ਹੱਕਾਂ ਲਈ ਖਾਸ ਤੌਰ 'ਤੇ ਨਸਲਵਾਦੀਆਂ ਦੇ ਖਿਲਾਫ ਜਿਨ੍ਹਾਂ ਨੇ ਲੜਾਈ ਲੜੀ ਅਤੇ ਸਿਆਹ ਲੋਕਾਂ ਦੇ ਉੱਪਰ ਜੋ ਹੋ ਰਹੇ ਜ਼ੁਲਮ ਨੇ ਉਹਨਾਂ ਦੀ ਆਵਾਜ਼ ਬੁਲੰਦ ਕੀਤੀ, ਅੱਜ ਉਹਨਾਂ ਦਾ ਵੀ ਸ਼ਹੀਦੀ ਦਿਨ ਹੈ ਅਤੇ ਉਸ ਮਹਾਨ ਯੋਧੇ ਦੀ ਜਿਹੜੀ ਕੁਰਬਾਨੀ ਹੈ ਉਸ ਨੂੰ ਕਦੇ ਅੱਖੋਂ ਪਰੋਖੇ ਨਹੀਂ ਕਰ ਸਕਦੇ। ਪਰ ਅੱਜ ਵੀ ਦੇਖਦੇ ਹਾਂ ਕਿ ਅਮਰੀਕਾ ਦੇ ਵਿੱਚ ਵੀ ਜਾਂ ਹੋਰਨਾਂ ਦੇਸ਼ਾਂ 'ਚ ਸਿਆਹ ਲੋਕਾਂ ਦੇ ਖਿਲਾਫ ਨਸਲਵਾਦ ਕਿਵੇਂ ਚੱਲ ਰਿਹਾ ਅਤੇ ਕਿਸ ਤਰੀਕੇ ਨਾਲ ਕੋਵਿਡ ਦੇ ਦਿਨਾਂ ਦੇ ਦੌਰਾਨ ਨਸਲਵਾਦ ਦਾ ਵੱਖ-ਵੱਖ ਰੂਪ ਸਾਹਮਣੇ ਆਇਆ ਹੈ। ਹੋਰ ਤਾਂ ਹੋਰ ਰਿਚਮੰਡ ਹਿੱਲ 'ਤੇ ਬੀਤੇ ਦਿਨ ਇੱਕ ਸਿੱਖ ਬਜ਼ੁਰਗ ਜਿਹੜਾ ਹੈ ਉਸ ਨੂੰ ਕਿਵੇਂ ਨਸਲਵਾਦੀ ਵਿਅਕਤੀਆਂ ਨੇ ਦਬੋਚਿਆ ਅਤੇ ਕਿਵੇਂ ਉਸ ਦੇ ਪਿੱਛੇੋਂ ਹਮਲੇ ਕਰਕੇ ਉਸ ਨੂੰ ਲਹੂ ਲਹਾਨ ਕੀਤਾ ਅਤੇ ਇਸ ਤਰ੍ਹਾਂ ਦਾ ਸਹਿਮ ਜਿਹੜਾ ਹੈ ਉਹ ਮਨਾਂ 'ਚ ਹੈ। ਜਿੱਥੇ ਕਾਮਾਗਾਟਾਮਾਰੂ ਦੀ ਗੱਲ ਹੈ, ਪਿੱਛੇ ਜੇ ਸਮੇਂ ਦੌਰਾਨ ਉਸ ਜਗ੍ਹਾ 'ਤੇ ਜਿੱਥੇ ਉਹ ਯਾਦਗਾਰੀ ਅਸਥਾਨ ਬਣਿਆ ਹੋਇਆ ਉੱਥੇ ਕਿਸ ਤਰ੍ਹਾਂ ਦੀਆਂ ਨਸਲਵਾਦੀ ਹਰਕਤਾਂ ਵੀ ਵੇਖਣ ਨੂੰ ਮਿਲੀਆਂ। ਇਹ ਤਾਂ ਇਹਨਾਂ ਦੋਨਾਂ ਮੁਲਕਾਂ ਦੀ ਗੱਲ ਹੈ। ਪਰ ਜਿੱਥੇ ਅਸੀਂ ਪੰਜਾਬ ਦੀ ਧਰਤੀ, ਭਾਰਤ ਦੀ ਧਰਤੀ ਜਿੱਥੋਂ ਇਹ ਜਹਾਜ਼ ਆਇਆ ਜਿਸ ਨੇ ਬਸਤੀਵਾਦ ਅਤੇ ਨਸਲਵਾਦ ਨੂੰ ਚੁਣੌਤੀ ਦਿੱਤੀ, ਅੱਜ ਉੱਥੇ ਕਿਸ ਰੂਪ ਦੇ ਵਿੱਚ ਇਹ ਵਰਤਾਰੇ ਕਾਇਮ ਨੇ, ਕਿਵੇਂ ਵਿਤਕਰੇ ਦੀ ਨੀਤੀ ਹੈ, ਕਿਵੇਂ ਮੌਜੂਦਾ ਸਮੇਂ ਫਾਸ਼ੀਵਾਦ ਹੈ, ਕਿਵੇਂ ਘੱਟ ਗਿਣਤੀਆਂ ਖਤਰੇ 'ਚ ਹਨ, ਕਿਵੇਂ ਉਹੀ ਜਿਹੇ ਸ਼ਖਸੀਅਤ ਵਾਲੇ ਲੋਕ ਜਿਨ੍ਹਾਂ ਨੇ ਇਹ ਲੜਾਈ ਲੜੀ ਅੱਜ ਜੇਲ੍ਹਾਂ 'ਚ ਬੰਦ ਨੇ। ਕਿ ਅੱਜ ਦੇ ਸਮੇਂ ਇਹਨਾਂ ਦੀ ਗੱਲ ਇਤਿਹਾਸ ਦੀ ਕਰਨ ਦੇ ਨਾਲ ਨਾਲ ਇਸ ਦੀ ਪ੍ਰਸੰਗਿਕਤਾ ਨੂੰ ਵਿਚਾਰਨਾ ਜ਼ਰੂਰੀ ਨਹੀਂ, ਕਿਵੇਂ ਜ਼ਰੂਰੀ ਹੈ, ਇਹ ਸਾਰੀਆਂ ਗੱਲਾਂ ਲੈ ਕੇ ਤੁਹਾਡੇ ਨਾਲ ਸ਼ਾਮਲ ਹੋ ਰਹੇ ਹਾਂ। ਮਹਿਮਾਨ ਨੇ ਸਾਡੇ ਪੱਤਰਕਾਰ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਇਹਨਾਂ ਦੋਨਾਂ ਵਿਸ਼ਿਆਂ 'ਤੇ ਕਾਫੀ ਲਿਖਿਆ ਵੀ ਹੈ, ਸਮੇਂ-ਸਮੇਂ ਆਪਣੇ ਮੀਡੀਆ ਚੈਨਲ ਰਾਹੀਂ ਵਿਚਾਰ ਵੀ ਦਿੱਤੇ ਨੇ। ਸੋ ਇਤਿਹਾਸਕ ਦਿਨਾਂ ਦੇ ਮਹੱਤਵ ਨੂੰ ਵਿਚਾਰਦਿਆਂ ਇਹ ਗੱਲਬਾਤ ਇਹਨਾਂ ਨਾਲ ਸਾਂਝੀ ਕਰਾਂਗੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਬਹੁਤ ਮਿਹਰਬਾਨੀ ਗੁਰਦਸ ਜੀ, ਮੰਚ ਮੁਹੱਈਆ ਕਰਨ ਲਈ ਧੰਨਵਾਦ ਤੁਹਾਡਾ। ਸ਼ੁਕਰੀਆ ਜੀ। ਗੁਰਪ੍ਰੀਤ ਸਿੰਘ ਜੀ, ਦੋ ਘਟਨਾਵਾਂ ਜਿਹੜੀਆਂ ਦੋਨੇ ਹੀ ਬੜੀਆਂ ਅਹਿਮ ਨੇ, ਇੱਕ ਇੱਕ ਕਰਕੇ ਅਸੀਂ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਤਾਂ ਇੱਕ ਮਹਾਨ ਯੋਧੇ ਮਾਰਟਨ ਲੂਥਰ ਕਿੰਗ ਸ਼ਹੀਦੀ ਦਿਨ, ਇਹੋ ਜਿਹੇ ਵਿਅਕਤੀ ਦਾ ਇਸ ਨੂੰ ਯਾਦ ਕਰਨਾ ਬੜਾ ਜ਼ਰੂਰੀ ਹੈ ਅਤੇ ਮੈਂ ਚਾਹਾਂਗਾ ਕਿ ਉਹਨਾਂ ਦੀ ਸ਼ਹਾਦਤ, ਉਹਨਾਂ ਦੀ ਦੇਣ ਅਤੇ ਉਹਨਾਂ ਦੇ ਸੰਘਰਸ਼ ਬਾਰੇ ਕੁਝ ਨਾ ਕੁਝ ਜਿਹੜਾ ਆਰੰਭ ਦੇ ਵਿੱਚ ਰੌਸ਼ਨੀ ਪਾਓ। ਬਿਲਕੁਲ ਗੁਰਦਸ ਜੀ, ਇਸ ਤਰ੍ਹਾਂ ਕਿ ਜਿਹੜਾ ਅੱਜ ਦੇ ਦਿਨ ਮਾਰਟਨ ਲੂਥਰ ਕਿੰਗ ਜੂਨੀਅਰ ਨੂੰ ਕਤਲ ਕੀਤਾ ਗਿਆ, ਯਾਨੀ ਕਿ 4 ਅਪ੍ਰੈਲ ਨੂੰ 1968 ਦੇ ਵਿੱਚ ਜੀ, ਕਿਉਂਕਿ ਨਸਲਵਾਦ ਦੇ ਖਿਲਾਫ ਬੇਬਾਕੀ ਨਾਲ ਬੋਲਦੇ ਸੀਗੇ। ਖਾਸ ਤੌਰ 'ਤੇ ਜਿਹੜਾ ਗੋਰਿਆਂ ਦਾ ਨਸਲਵਾਦ ਸਿਰ ਚੜ੍ਹ ਕੇ ਬੋਲ ਰਿਹਾ ਸੀ, ਸਿਆਹ ਨਸਲ ਦੇ ਲੋਕਾਂ ਨੂੰ ਹਾਸ਼ਯਗ੍ਰਸਤ ਕੀਤਾ ਗਿਆ, ਉਹਨਾਂ ਦੇ ਹੱਕ ਉਹਨਾਂ ਤੋਂ ਖੋਹ ਲਏ ਗਏ, ਉਹਨਾਂ ਨਾਲ ਬਰਾਬਰੀ ਦਾ ਸਲੋਕ ਨਹੀਂ ਸੀ ਹੋ ਰਿਹਾ, ਉਸ ਦੇ ਖਿਲਾਫ ਉਹਨਾਂ ਨੇ ਆਪਣੀ ਮੁਹਿੰਮ ਚਲਾਈ ਹੋਈ ਸੀ ਸ਼ਾਂਤਮਈ ਢੰਗ ਦੇ ਨਾਲ। ਨਾ ਮਿਲਵਰਤਨ ਲਹਿਰ ਚਲਾਉਣ ਦੇ ਲਈ ਉਹਨਾਂ ਨੂੰ ਕ੍ਰੈਡਿਟ ਦਿੱਤਾ ਜਾਂਦਾ ਇਸ ਗੱਲ ਦਾ, ਪਰ ਉਹ ਇਹਨਾਂ ਗੱਲਾਂ ਕਰਕੇ ਗੋਰੇ ਨਸਲਵਾਦੀ ਨੂੰ ਕਾਫੀ ਰੜਕਦੇ ਸੀ, ਜਿਸ ਕਾਰਨ ਉਹਨਾਂ ਦਾ ਅੱਜ ਦਿਨ ਕਤਲ ਕੀਤਾ ਗਿਆ। ਇਹ ਗੱਲ ਵੱਖਰੀ ਹੈ ਕਿ ਉਸ ਕਤਲ ਦੇ ਪਿੱਛੇ ਮੰਨਿਆ ਇਹ ਜਾ ਰਿਹਾ ਕਿ ਸ਼ਾਇਦ ਜਿਸ ਗੋਰੇ ਨੇ ਕਤਲ ਕੀਤਾ ਜਾਂ ਜਿਹੜੇ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਲੋਕਾਂ ਨਾਂ ਚੱਲ ਰਹੇ ਸੀਗੇ, ਉਸ ਤੋਂ ਇਲਾਵਾ ਸ਼ਾਇਦ ਅਮਰੀਕਾ ਦੀ ਸਥਾਪਤੀ ਜਾਂ ਅਮਰੀਕਨ ਏਜੰਸੀਆਂ ਦਾ ਉਸ ਵਿੱਚ ਹੱਥ ਰਿਹਾ ਹੋਵੇ, ਕਿਉਂਕਿ ਏਜੰਸੀਆਂ ਵਿੱਚ ਵੀ ਉਹੀ ਸੋਚ ਭਾਰੂ ਸੀ ਜਿਹੜੀ ਕਿ ਮਾਰਟਨ ਲੂਥਰ ਕਿੰਗ ਜੂਨੀਅਰ ਦੀ ਸੋਚ ਨਾਲ ਤਾਲੁਕ ਨਹੀਂ ਸੀ ਰੱਖਦੀ, ਜਿਨ੍ਹਾਂ ਨੂੰ ਇਸ ਗੱਲ 'ਤੇ ਪਰੇਸ਼ਾਨੀ ਸੀ ਕਿ ਕਿਉਂ ਨਸਲਵਾਦ 'ਤੇ ਗੱਲ ਹੋ ਰਹੀ ਹੈ। ਕਿਉਂਕਿ ਮਾਰਟਨ ਲੂਥਰ ਕਿੰਗ ਜੂਨੀਅਰ ਨੇ ਤਾਂ ਜਿਹੜੀ ਵੀਅਤਨਾਮ 'ਤੇ ਲੜਾਈ ਅਮਰੀਕਾ ਨੇ ਵਿੱਢੀ ਉਸ ਦਾ ਵਿਰੋਧ ਵੀ ਕੀਤਾ ਜੀ, ਉਹ ਜਿਹੜਾ ਨਾ ਬਰਾਬਰੀ ਦੇ ਵੀ ਖਿਲਾਫ ਸੀ, ਜਿਹੜੀ ਕਿ ਆਰਥਿਕ ਨਾ ਬਰਾਬਰੀ। ਸੋ ਕਿਸੇ ਨਾ ਕਿਸੇ ਤਰੀਕੇ ਨਾਲ ਅਮਰੀਕਾ ਦੇ ਢਾਂਚੇ ਨੂੰ ਵੀ ਉਹ ਰੜਕਦੇ ਸੀਗੇ। ਸੋ ਕਈਆਂ ਦਾ ਇਹ ਮੰਨਣਾ ਕਿ ਕਤਲ ਸਿਰਫ ਇੱਥੇ ਤੱਕ ਨਹੀਂ ਸੀ ਕਿ ਗੋਰੇ ਨਸਲਵਾਦੀਆਂ ਨੇ ਕਤਲ ਕਰਤਾ, ਗੱਲ ਉੱਥੇ ਹੀ ਮੁੱਕ ਗਈ। ਸ਼ਾਇਦ ਇਸ ਦੇ ਪਿੱਛੇ ਲੰਮੀ ਤਾਰ ਸੀ ਜਿਸ ਦੀ ਸੱਚਾਈ ਸ਼ਾਇਦ ਦੁਨੀਆ ਦੇ ਰਹਿੰਦੀ ਦੁਨੀਆ ਦਾ ਕਦੇ ਸਾਹਮਣੇ ਆ ਵੀ ਨਾ ਸਕੇ।
ਪਰ ਉਹਨਾਂ ਦਾ ਜਿਹੜਾ ਤੌਰ ਤਰੀਕਾ ਸੀ ਇਹੀ ਸੀ ਕਿ ਧਰਮ ਤੋਂ ਉਹਨਾਂ ਨੇ ਸੇਧ ਲਈ। ਪਿਤਾ ਜੀ ਉਹਨਾਂ ਦੇ ਖੁਦ ਈਸਾਈ ਪ੍ਰਚਾਰਕ ਸੀਗੇ, ਬਾਅਦ 'ਚ ਇਹ ਵੀ ਉਸ ਰਾਹ ਤੁਰੇ। ਸੋ ਉਹਨਾਂ ਨੇ ਕ੍ਰਿਸਚੈਨਿਟੀ ਦੇ ਜ਼ਰੀਏ ਇਸ ਜ਼ੁਲਮ ਦੇ ਖਿਲਾਫ ਲੜਾਈ ਲੜਨ ਦੀ ਕੋਸ਼ਿਸ਼ ਕੀਤੀ ਹੈ ਸ਼ਾਂਤਮਈ ਢੰਗ ਦੇ ਨਾਲ। ਛੋਟੀ ਉਮਰੇ ਹੀ ਉਹਨਾਂ ਨੇ ਕੌੜੇ ਅਨੁਭਵ ਹੰਡਾਉਣੇ ਸ਼ੁਰੂ ਕਰਤੇ ਸੀਗੇ। ਜਿਵੇਂ ਕੋਈ ਸਟੋਰ 'ਤੇ ਗਏ, ਕਿਸੇ ਨੇ ਜਾਣ ਕੇ ਉਹਨਾਂ ਨੂੰ ਧੱਕਾ ਦਿੱਤਾ ਜਾਂ ਬਾਹਰ ਕੱਢ ਦਿੱਤਾ, ਜਾਂ ਕਿਤੇ ਟੂਟੀਆਂ ਜਿਹੜੀਆਂ ਹੁੰਦੀਆਂ ਸੀ ਗੋਰਿਆਂ ਲਈ ਵੱਖਰੀਆਂ ਤੇ ਸਿਆਹ ਨਸਲ ਲੋਕਾਂ ਲਈ ਵੱਖਰੀਆਂ, ਇਸ ਕਿਸਮ ਦੇ ਅਨੁਭਵ ਉਹਨਾਂ ਨੇ ਹੰਡਾਏ ਸੀ, ਜਿਸ ਨੂੰ ਲੈ ਕੇ ਉਹਨਾਂ ਦੇ ਮਨ 'ਚ ਬੇਚੈਨੀ ਸ਼ੁਰੂ ਤੋਂ ਸੀ। ਬਾਅਦ 'ਚ ਉਹਨਾਂ ਨੇ ਫਿਰ ਅੱਗੇ ਚੱਲ ਕੇ ਜਦੋਂ ਆਪਣੀ ਲੜਾਈ ਵਿੱਢੀ ਹੈ ਸ਼ਾਂਤਮਈ ਢੰਗ ਨਾਲ, ਉਸ ਵਿੱਚ ਕਈ ਤਰ੍ਹਾਂ ਦੇ ਬੜੇ ਅਹਿਮ ਘੋਲ ਸੀਗੇ। ਇੱਕ ਤਾਂ ਜਿਵੇਂ ਬੱਸਾਂ ਵਿੱਚ ਹੁੰਦਾ ਸੀਗਾ ਕਿ ਗੋਰਿਆਂ ਲਈ ਸੀਟਾਂ ਵੱਖਰੀਆਂ, ਕਾਲਿਆਂ ਲਈ ਵੱਖਰੀਆਂ, ਉਸ ਦੇ ਖਿਲਾਫ ਉਹਨਾਂ ਨੇ ਲੜਾਈ ਲੜੀ। ਇਸੇ ਤਰ੍ਹਾਂ ਜਿਹੜੀ ਯੂਨੀਵਰਸਿਟੀਆਂ ਕਾਲਜਾਂ ਵਿੱਚ ਕੈਫੇਟੇਰੀਆ ਹੁੰਦੇ ਸੀਗੇ, ਉੱਥੇ ਵੀ ਗੋਰੇ ਤੇ ਕਾਲੇ ਇੱਕੋ ਥਾਂ ਨਹੀਂ ਸੀ ਬਹਿ ਕੇ ਖਾਂਦੇ ਹੁੰਦੇ, ਉਸ ਦਾ ਉਹਨਾਂ ਨੇ ਡਟਵਾਂ ਵਿਰੋਧ ਕੀਤਾ। ਫਿਰ ਕਾਲੇ ਲੋਕ ਜਿਹੜੇ ਮਜਬੂਰ, ਕਿਉਂਕਿ ਆਰਥਿਕ ਤੌਰ 'ਤੇ ਪਛੜੇ ਹੋਏ ਸੀ, ਬਹੁਤ ਘਟੀਆ ਕਿਸਮ ਦੇ ਇਲਾਕਿਆਂ 'ਚ ਰਹਿਣੇ ਮਜਬੂਰ ਸੀਗੇ, ਉਹਨਾਂ ਦੀ ਗੁਰਬਤ ਨੂੰ ਸਮਝਿਆ ਔਰ ਇਹ ਸਮਝਿਆ ਕਿ ਕਿਵੇਂ ਜਿਹੜਾ ਪੈਸਾ ਜੰਗਾਂ 'ਤੇ ਰੁੜਿਆ ਜਾ ਰਿਹਾ, ਇਸ ਪੈਸੇ ਦੇ ਨਾਲ ਇਹਨਾਂ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਈ ਜਾ ਸਕਦੀ ਹੈ। ਫਿਰ ਭਾਰਤ ਵੀ ਇੱਕ ਵਾਰੀ ਦੌਰੇ 'ਤੇ ਗਏ, ਦਲਿਤਾਂ ਦਾ ਉੱਥੇ ਜੋ ਹੋ ਰਿਹਾ ਹਾਲਾਤ, ਉਸ ਨੂੰ ਵੀ ਦੇਖਿਆ, ਸਮਝਿਆ, ਮਹਿਸੂਸ ਕੀਤਾ, ਦੋਨਾਂ ਸਮੱਸਿਆਵਾਂ ਵਿੱਚ ਸਮਾਨਤਾ ਨੂੰ ਵੇਖਿਆ। ਇਸ ਤਰੀਕੇ ਨਾਲ ਉਹਨਾਂ ਦਾ ਸੰਖੇਪ ਇਤਿਹਾਸ ਹੈ। ਸੋ ਅੱਜ ਦੇ ਦਿਨ ਉਹਨਾਂ ਨੂੰ ਕਤਲ ਕੀਤਾ ਗਿਆ ਸੀਗਾ। ਅੱਜ ਕਿਉਂਕਿ ਨਸਲਵਾਦ ਫਿਰ ਸਿਰ ਚੜ੍ਹ ਕੇ ਬੋਲ ਰਿਹਾ, ਸਿਆਹ ਨਸਲ ਦੇ ਲੋਕਾਂ ਦੇ ਖਿਲਾਫ ਢਾਂਚਾਗਤ ਨਸਲਵਾਦ ਜਿਵੇਂ ਨਾ ਤਿਵੇਂ ਜਾਰੀ ਹੈ, ਇਸ ਕਰਕੇ ਉਹਨਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ। ਪਰ ਬੜਾ ਦਿਲਚਸਪ ਸਬਬ ਇਹ ਹੈ ਕਿ ਅੱਜ ਦੇ ਦਿਨ ਹੀ ਗੁਰੂ ਨਾਨਕ ਜਹਾਜ਼ ਰਵਾਨਾ ਹੋਇਆ ਹਾਂਗਕਾਂਗ ਤੋਂ। ਸੋ ਉਸ ਜਹਾਜ਼ ਦਾ ਜਿਹੜਾ ਸਫ਼ਰ ਜਾਂ ਉਸ ਦੀ ਕਹਾਣੀ, ਉਹ ਵੀ ਨਸਲਵਾਦ ਦੇ ਖਿਲਾਫ ਇੱਕ ਰੈਜ਼ਿਸਟੈਂਸ ਦਾ ਸਿੰਬਲ ਹੈ। ਸੋ ਸਾਨੂੰ ਇਹ ਦੋਨਾਂ ਚੀਜ਼ਾਂ ਨੂੰ ਆਪਸ 'ਚ ਰੱਖ ਕੇ ਇਹਨਾਂ ਦੀ ਲਿੰਕੇਜ ਨੂੰ ਸਮਝ ਕੇ ਗੱਲ ਕਰਨੀ ਚਾਹੀਦੀ ਹੈ। ਜਿਹੜੀ ਮਾਰਟਨ ਲੂਥਰ ਕਿੰਗ ਦੀ ਸ਼ਹਾਦਤ, ਉਹਨਾਂ ਦੇ ਇਤਿਹਾਸ ਦੀ ਗੱਲ ਹੈ, ਜਦੋਂ ਅਸੀਂ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਅਤੇ ਸ਼ਹੀਦੀਆਂ ਨੂੰ ਪੜ੍ਹਦੇ ਹਾਂ, ਫਖਰ ਨਾਲ ਸਾਡਾ ਸਿਰ ਉੱਚਾ ਹੁੰਦਾ ਹੈ ਅਤੇ ਚੰਗਾ ਲੱਗਦਾ ਹੈ ਕਿ ਉਹ ਲੜੇ, ਚਾਹੇ ਉਹ ਮਨੁੱਖੀ ਹੱਕਾਂ ਲਈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੈ ਸਰਪ੍ਰਥਮ, ਜੇਕਰ ਅਸੀਂ ਕਹੀਏ ਕਿ ਮਾਨਵੀ ਹਿੱਤਾਂ ਲਈ, ਜਾਂ ਉਸ ਤੋਂ ਬਾਅਦ ਫਿਰ ਲੜੀਵਾਰ ਸ਼ਹਾਦਤਾਂ ਦਾ ਇਤਿਹਾਸ ਹੈ ਜਿਸ 'ਤੇ ਮਾਣ ਮਹਿਸੂਸ ਹੁੰਦਾ ਹੈ। ਇੱਥੇ ਇਹ ਵੀ ਵੇਖਣਾ ਬਣਦਾ ਹੈ ਕਿ ਹੋਰ ਕਿਹੜੇ ਲੋਕ ਨੇ ਜਿਹੜੇ ਇਹੋ ਜਿਹੇ ਉਪਰਾਲਿਆਂ ਦੇ ਅਧੀਨ ਸ਼ਹੀਦ ਹੋਏ। ਅਤੇ ਜਦੋਂ ਅਸੀਂ ਵਿਸ਼ਵ ਚਿੰਤਨ ਦੀ ਗੱਲ ਕਰਦੇ ਹਾਂ ਤਾਂ ਸਾਡਾ ਮਾਈਂਡ, ਸਾਡਾ ਖਿਆਲ, ਵਿਚਾਰ ਉਸ ਪੱਧਰ 'ਤੇ ਫੈਲਣਾ ਚਾਹੀਦਾ ਕਿ ਅਸੀਂ ਉਹਨਾਂ ਨੂੰ ਯਾਦ ਕਰੀਏ। ਸੋ ਮਾਰਟਨ ਲੂਥਰ ਕਿੰਗ, ਜਿਨ੍ਹਾਂ ਦਾ ਅੱਜ ਦੇ ਦਿਨ ਇਹ ਸ਼ਹਾਦਤ ਹੋਈ, ਉਹਨਾਂ ਨੂੰ ਕਤਲ ਕੀਤਾ ਗਿਆ, ਸਾਡਾ ਇਹ ਫਰਜ਼ ਬਣਦਾ ਕਿ ਆਪਣੀਆਂ ਪੀੜ੍ਹੀਆਂ ਨੂੰ ਵੀ ਯਾਦ ਕਰਾਈਏ ਅਤੇ ਮੀਡੀਆ ਦਾ ਵੀ ਇਹ ਜ਼ਰੂਰੀ ਫਰਜ਼ ਬਣਦਾ ਕਿ ਮਾਰਟਨ ਲੂਥਰ ਕਿੰਗ ਦੀ ਸ਼ਹਾਦਤ ਅਤੇ ਅੱਜ ਦੇ ਸਮੇਂ ਦੀ ਮਹੱਤਤਾ ਨੂੰ ਦੇਖੀਏ। ਕਾਰਨ ਕੀ ਹੈ ਕਿ ਜਿਸ ਤਰ੍ਹਾਂ ਪਿੱਛੇ ਜੇ ਰੇਸਿਜ਼ਮ ਦੀਆਂ ਘਟਨਾਵਾਂ ਅਮਰੀਕਾ 'ਚ ਹੋਈਆਂ ਅਤੇ ਜਦੋਂ ਨਸਲਵਾਦ ਦਾ ਇਹ ਦੌਰ ਸਿਆਹ ਲੋਕਾਂ 'ਤੇ ਚੱਲਿਆ, ਉਹਨਾਂ ਲੋਕਾਂ ਦਾ ਜੋ ਹਾਲ ਹੋਇਆ ਅਤੇ ਜਿਸ ਤਰੀਕੇ ਨਾਲ ਇੱਕ ਪੁਲਿਸੀਏ ਨੇ ਇੱਕ ਸਿਆਹ ਵਿਅਕਤੀ ਨੂੰ ਕੁਚਲਿਆ, ਆਪਣੇ ਬੂਟਾਂ ਦੇ ਨਾਲ, ਦਰਿੰਦਗੀ ਦੇ ਨਾਲ ਗੋਡਾ ਧਰ ਕੇ ਉਹਦੇ ਸਾਹ ਬੰਦ ਕੀਤੇ, ਉਦੋਂ ਬਲੈਕ ਲਾਈਫ ਮੈਟਰਸ ਦਾ ਇੱਕ ਮੁਹਿੰਮ ਵੀ ਚੱਲੀ ਅਤੇ ਉਸ ਮੁਹਿੰਮ ਦਾ ਇੱਕ ਨਤੀਜਾ ਸੀ ਕਿ ਦੁਨੀਆ ਭਰ ਦੇ ਵਿੱਚ ਇਸ ਨੂੰ ਫੈਲਾਇਆ ਗਿਆ। ਪਰ ਕਈਆਂ ਨੇ ਇਸ ਨੂੰ ਡਾਇਲਿਊਟ ਕਰਨ ਦੀ ਕੋਸ਼ਿਸ਼ ਵੀ ਕੀਤੀ, ਕਈ ਤਰ੍ਹਾਂ ਦੇ ਅਲੱਗ-ਅਲੱਗ ਹੋਰ ਤਰ੍ਹਾਂ ਆਲ ਲਾਈਫ ਮੈਟਰਸ ਆਦਿ ਦੀਆਂ ਗੱਲਾਂ ਕਰਕੇ। ਨਹੀਂ, ਜਿਹੜੇ ਪੀੜਤ ਨੇ ਉਹਨਾਂ ਦੇ ਨਾਲ ਖੜਨਾ ਅਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਜ਼ਰੂਰੀ ਹੈ। ਹੁਣ ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਜਦੋਂ ਅਮਰੀਕਾ ਦੇ ਵਿੱਚ, ਜਿੱਥੇ ਸਿਆਹ ਲੋਕਾਂ ਦੇ ਲਈ ਪਾਣੀ ਦੀਆਂ ਟੂਟੀਆਂ ਵੱਖਰੀਆਂ ਸਨ ਅਤੇ ਉਹਨਾਂ ਨੂੰ ਚੜ੍ਹ ਨਹੀਂ ਸੀ ਦਿੱਤਾ ਜਾਂਦਾ, ਜਿੱਥੇ ਗੋਰਿਆਂ ਦਾ ਥਾਂ ਟੂਟੀਆਂ ਜਾਂ ਬਸੇਰਾ ਸੀ, ਇਹ ਤਾਂ ਭਾਰਤ ਦੇ ਵਿੱਚ ਅੱਜ ਤੱਕ ਵੀ ਚੱਲ ਰਿਹਾ ਹੈ। ਅਤੇ ਕੇਵਲ ਇਸ ਰੂਪ ਦੇ ਵਿੱਚ ਨਹੀਂ ਕਿ ਕੁਝ ਸਿਰਫਿਰੇ ਕਰ ਰਹੇ ਨੇ, ਕੁਝ ਇੱਕ ਮਨੂਵਾਦੀ ਜਿਹੜੇ ਸਿਧਾਂਤ ਨੇ ਉਹ ਇਸ ਗੱਲ ਦੇ ਲਈ ਬਾਕਾਇਦਾ ਤੌਰ 'ਤੇ ਅਲਾਓ ਕਰਦੇ ਨੇ। ਜਦੋਂ ਇਹ ਗੱਲ ਦੀ ਸਾਨੂੰ ਉਹ ਮੌਕਾ ਦਿੰਦੇ ਨੇ, ਅਵਸਰ ਪ੍ਰਦਾਨ ਕਰਦੇ ਨੇ, ਫਿਰ ਅਸੀਂ ਅੱਜ ਵੀ ਜਦੋਂ ਦੇਖਦੇ ਹਾਂ ਤਾਂ ਉੱਥੇ ਇੱਕ ਮੁਹਿੰਮ ਦੀ ਲੋੜ ਹੈ ਕਿ ਕੀ ਗਰੀਬ ਜਾਂ ਸ਼ੂਦਰ ਜਿਸ ਨੂੰ ਕਿਹਾ ਜਾਂਦਾ ਹੈ, ਇਹ ਉਸੇ ਦਾ ਹੱਕਦਾਰ ਹੈ ਜਿਵੇਂ ਇੱਥੇ ਕਾਲਿਆਂ ਸਿਆਹ ਲੋਕਾਂ ਦੇ ਨਾਲ ਹੈ, ਕਿ ਉਸ ਨੂੰ ਬਰਾਬਰ ਚੌਂਕੇ 'ਤੇ ਚੜ੍ਹਨ ਨਹੀਂ ਦੇਣਾ, ਉਸ ਨੂੰ ਬਰਾਬਰ ਭਾਂਡਿਆਂ 'ਚ ਖਾਣ ਨਹੀਂ ਦੇਣਾ, ਉਸ ਦੇ ਲਈ ਖੂਹ ਵੱਖਰਾ ਹੈ, ਉਸ ਦੇ ਲਈ ਸ਼ਮਸ਼ਾਨ ਘਾਟ ਵੱਖਰੀ ਹੈ। ਇਹ ਵਿਤਕਰਾ ਜਿਹੜਾ ਅੱਜ ਵੀ ਕਾਇਮ ਹੈ। ਸੋ ਇਸ ਕਰਕੇ ਲਹਿਰਾਂ ਦੀ ਜ਼ਰੂਰਤ ਹੈ। ਜਦੋਂ ਅਸੀਂ ਆਪਣੇ ਵਿਰਾਸਤ ਦੀ ਗੱਲ, ਮਾਣ ਵਾਲੀਆਂ ਗੱਲਾਂ ਦੀ ਗੱਲ ਕਰਦੇ ਹਾਂ, ਉੱਥੇ ਦੂਸਰੇ ਪਾਸੇ ਸਾਡੀਆਂ ਚੁਣੌਤੀਆਂ ਦੀ ਗੱਲ ਵੀ ਤੁਸੀਂ ਸਾਂਝੀ ਕੀਤੀ ਹੈ। ਸੋ ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਾਰੂ ਵੀ ਜਿਸ ਤਰ੍ਹਾਂ ਭਾਈ ਗੁਰਦਿੱਤ ਸਿੰਘ ਸਰਹਾਲੀ ਅਤੇ ਉਹਨਾਂ ਦੇ ਸਮੂਹ ਸਾਥੀਆਂ ਨੇ ਅੱਜ ਦੇ ਦਿਨ ਸੰਨ 1914 ਦੇ ਵਿੱਚ ਬਾਕਾਇਦਾ ਇੱਕ ਯਾਤਰਾ ਦੇ ਤੌਰ 'ਤੇ ਕੈਨੇਡਾ ਵੱਲ ਨੂੰ ਰਵਾਨਾ ਕੀਤਾ, ਉਸ ਦੇ ਪਿੱਛੇ ਵੀ ਬਹੁਤ ਸਾਰੀਆਂ ਗੱਲਾਂ ਸਨ। ਬੌਧਿਕ ਦਿਵਾਲੀਆਪਨ ਦਾ ਸ਼ਿਕਾਰ ਜਾਂ ਸੀਮਿਤ ਸੋਚ ਵਾਲੇ ਕਈ ਲੋਕ ਉਸ ਨੂੰ ਵਪਾਰ ਨਾਲ ਜੋੜ ਕੇ ਉਸ ਦੀ ਕਦਰ ਨੂੰ ਘਟਾਉਣ ਦੀ ਕੋਸ਼ਿਸ਼ ਵੀ ਕਰਦੇ ਨੇ,
ਪਰ ਇਸ ਜਹਾਜ਼ ਦੇ ਆਉਣ ਪਿੱਛੇ ਸਮੂਹ ਗਦਰੀ ਬਾਬਿਆਂ ਦੀ ਪ੍ਰੇਰਨਾ ਕੀ ਸੀ? ਕੰਟੀਨਿਊਸ ਜਰਨੀ ਵਰਗੇ ਕਾਨੂੰਨ ਨੂੰ ਚੁਣੌਤੀਆਂ ਦੇਣ ਦੀ ਕੀ ਗੱਲ ਸੀ? ਕੀ ਮਸਲੇ ਸਨ? ਕਿਉਂ ਇਹ ਜਹਾਜ਼ ਲਿਆਂਦਾ ਗਿਆ? ਐਡਾ ਵੱਡਾ ਕਦਮ ਕਿਉਂ ਚੁੱਕਿਆ ਗਿਆ ਤੇ ਉਸ ਦੀ ਕੀਮਤ ਕਿੱਡੀ ਵੱਡੀ ਅਦਾ ਕਰਨੀ ਪਈ? ਇਹ ਤੇ ਰੋਸ਼ਨੀ ਪਾਓ। ਦੇਖੋ, ਦੋ ਗੱਲਾਂ ਉੱਤੇ ਆਪਾਂ ਜ਼ੋਰ ਦੇਈਏ ਥੋੜਾ ਜਿਹਾ ਸਮਾਨਤਾ ਦੇ ਰੂਪ 'ਚ ਜੀ ਕਿ ਬਾਬਾ ਗੁਰਦਿੱਤ ਸਿੰਘ ਸਰਹਾਲੀ ਵੀ ਧਰਮ ਤੋਂ ਪ੍ਰੇਰਿਤ ਸੀਗੇ, ਜੀ ਮਾਰਟਿਨ ਲੂਥਰ ਕਿੰਗ ਜੂਨੀਅਰ ਵੀ ਧਰਮ ਤੋਂ ਪ੍ਰੇਰਿਤ ਸੀ। ਜੀ ਉਹ ਕ੍ਰਿਸਚੀਅਨਿਟੀ ਤੋਂ ਪ੍ਰੇਰਿਤ ਸੀ, ਉਹ ਸਿੱਖੀ ਤੋਂ ਪ੍ਰੇਰਿਤ ਸੀਗੇ। ਬਿਲਕੁਲ। ਇਹ ਨੁਕਤਾ ਵੀ ਲੋਕਾਂ ਦੇ ਦਿਮਾਗ 'ਚ ਹੋਣਾ ਚਾਹੀਦਾ। ਜੀ ਸੋ ਗੁਰੂ ਨਾਨਕ ਜਹਾਜ਼ ਕਹਿਣ 'ਚ ਵੀ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਕਈਆਂ ਨੇ ਇਸ ਗੱਲ ਦੇ ਉੱਤੇ ਵੀ ਬੜੇ ਐਵੇਂ ਬੇਲੋੜਾ ਵਿਵਾਦ ਛੇੜਨ ਦੀ ਵੀ ਕੋਸ਼ਿਸ਼ ਕੀਤੀ। ਗੁਰਦਿੱਤ ਸਿੰਘ ਹੁਣੀ ਸਿੱਖੀ ਤੋਂ ਪ੍ਰੇਰਿਤ ਸੀਗੇ, ਜੋ ਜਹਾਜ਼ ਲੈ ਕੇ ਆਏ। ਜਹਾਜ਼ ਦਾ ਨਾਂ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਰੱਖਿਆ ਗਿਆ। ਉਹਦਾ ਮਤਲਬ ਇਹ ਨਹੀਂ ਸੀ ਕਿ ਬਾਕੀ ਧਰਮਾਂ ਨੂੰ ਘਟਾ ਰਹੇ ਸੀਗੇ, ਸਗੋਂ ਉਹਨਾਂ ਨੇ ਆਪਣੀ ਯਾਦਾਂ ਦੇ ਵਿੱਚ ਇਸ ਗੱਲ ਨੂੰ ਕਲਮਬੰਦ ਕੀਤਾ ਕਿ ਉਸ ਜਹਾਜ਼ ਦੇ ਵਿੱਚ ਥਾਂ ਬਣਾਈ ਗਈ ਮੁਸਲਮਾਨਾਂ ਲਈ ਵੀ, ਜਿੱਥੇ ਉਹ ਨਮਾਜ਼ ਅਦਾ ਕਰ ਸਕਣ। ਹਿੰਦੂ ਭਾਈਚਾਰੇ ਲਈ ਵੀ ਉੱਥੇ ਥਾਂ ਸੀਗੀ, ਸਿੱਖਾਂ ਲਈ ਵੀ ਥਾਂ ਸੀਗੀ। ਸੋ ਜੋ ਕਹਿੰਦੇ ਜਦੋਂ ਸਾਰਿਆਂ ਦੇ ਏਕੇ ਦੀ ਗੱਲ ਕੀਤੀ, ਬਰਤਾਨਵੀਆਂ ਨੂੰ ਉਸ ਗੱਲ ਦੀ ਤਕਲੀਫ ਬੜੀ ਹੋਈ ਕਿ ਏਕੇ ਦੀ ਗੱਲ ਕਿਉਂ ਹੋ ਰਹੀ। ਜਿਵੇਂ ਅੱਜ ਵੀ ਵੇਖਦੇ ਹਾਂ ਅਸੀਂ, ਹੁਣ ਜਿਵੇਂ ਰਾਮਨੌਮੀ ਦਾ ਮੌਕਾ ਜਾਂ ਜਿਹੜਾ ਰਮਜ਼ਾਨ ਦਾ ਮੌਕਾ ਇਕੱਠੇ ਨੇ, ਤੇ ਇਹ ਹੁੰਦੀ ਜਿਹੜੀ ਹਕੂਮਤ ਹੈ ਹਿੰਦੂਤਵੀ ਹਕੂਮਤ, ਉਸ ਨੂੰ ਇਸ ਗੱਲ 'ਤੇ ਤਕਲੀਫ ਬੜੀ ਹੋ ਰਹੀ ਕਿ ਲੋਕ ਦੋਨਾਂ ਦੇ ਏਕੇ ਦੀ ਗੱਲ ਕਿਉਂ ਕਰ ਰਹੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡੀ ਸੱਤਾ ਖੁੱਸ ਸਕਦੀ ਹੈ। ਇਸ ਤਰ੍ਹਾਂ ਇਨ ਬਿਨ ਗੋਰਿਆਂ ਨੂੰ ਵੀ ਤਕਲੀਫ ਸੀ ਕਿ ਜਿਹੜਾ ਗੁਰਦਿੱਤ ਸਿੰਘ ਨੇ ਸਟੈਪ ਕਿਉਂ ਲਿਆ। ਸੋ ਬਕਾਇਦਾ ਉਹ ਲਿਖਦੇ ਨੇ ਕਿ ਜਹਾਜ਼ ਵਿੱਚ ਤਿੰਨਾਂ ਕੌਮਾਂ ਦੇ ਝੰਡੇ ਝੂਲਦੇ ਸੀਗੇ। ਜੀ ਇਹ ਗੱਲ ਸਮਝਣ ਵਾਲੀ ਹੈ, ਪਰ ਸੇਧ ਇਹਨਾਂ ਨੇ ਉਸ ਸੈਕੂਲਰਿਜ਼ਮ ਦੀ ਸਿੱਖੀ ਤੋਂ ਲਈ ਸੀ। ਇਹ ਵੀ ਸੱਚਾਈ ਹੈ, ਕਿਉਂਕਿ ਉਹਨਾਂ ਨੂੰ ਬਹੁਤ ਇਸ ਗੱਲ ਦੀ ਤਕਲੀਫ ਸੀ ਅਖੀਰਲੇ ਦਮ ਤੱਕ, ਜਦੋਂ ਉਹਨਾਂ ਨੂੰ ਬੇਦਖਲ ਕਰ ਦਿੱਤਾ ਗਿਆ, ਅਸਿੱਖ ਕਰਾਰ ਦਿੱਤਾ ਗਿਆ ਜਹਾਜ਼ ਲਿਆਉਣ ਦੀ ਖਾਤਰ, ਜਿਹੜੇ ਅਕਾਲ ਤਖਤ ਦੇ ਸਰਬਰਾਹ ਸੀ ਉਹਨਾਂ ਵੱਲੋਂ। ਉਸ ਗੱਲ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਸੀਗਾ। ਸੋ ਉਹਨਾਂ ਦੇ ਮਨ ਦੇ ਵਿੱਚ ਸਿੱਖੀ ਲਈ ਉੱਦਾਂ ਹੀ ਪਿਆਰ ਸੀ, ਜਾਂ ਉਸ ਤੋਂ ਇੰਨੀ ਸੇਧ ਉਹਨਾਂ ਨੇ ਲਈ ਜਿਸ ਤਰ੍ਹਾਂ ਮਾਰਟਿਨ ਲੂਥਰ ਕਿੰਗ ਜੂਨੀਅਰ ਕ੍ਰਿਸਚੈਨਿਟੀ ਤੋਂ ਪ੍ਰਭਾਵਿਤ ਸੀਗੇ। ਜੀ ਸਬਬ ਨਾਲ ਅੱਜ ਕੱਲ੍ਹ ਮੈਂ ਕਿਤਾਬ ਸ਼ੁਰੂ ਕੀਤੀ ਹੋਈ ਹੈ ਡੈਸਮੰਡ ਟੂਟੂ ਬਾਰੇ। ਉਸ ਵਿੱਚ ਇੱਕ ਦਿਲਚਸਪ ਗੱਲ ਇਹ ਆਉਂਦੀ ਕਿ ਡੈਸਮੰਡ ਟੂਟੂ ਨੇ ਬਿਲਕੁਲ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਤਰਸ 'ਤੇ ਕ੍ਰਿਸਚੈਨਿਟੀ ਤੋਂ ਸੇਧ ਲੈ ਕੇ ਸਾਊਥ ਅਫਰੀਕਾ ਦੇ ਵਿੱਚ ਗੁਲਾਮੀ ਦੇ ਖਿਲਾਫ ਲੜਾਈ ਵਿੱਢੀ ਸੀ। ਤੇ ਉੱਥੋਂ ਦੀ ਸਰਕਾਰ ਇੰਨੀ ਜਾਬਰ ਹੋ ਚੁੱਕੀ ਸੀ, ਉਹਨਾਂ ਨੂੰ ਤਾੜਨਾ ਕਰਦੀ ਸੀ ਕਿ ਮਾਰਟਿਨ ਲੂਥਰ ਕਿੰਗ ਜੂਨੀਅਰ ਵਰਗਾ ਇੱਥੇ ਕੋਈ ਅਸੀਂ ਉੱਠਣ ਨਹੀਂ ਦੇਣਾ। ਜੋ ਉੱਥੇ ਹੋ ਰਿਹਾ, ਜੇ ਇੱਥੇ ਕਿਸੇ ਨੇ ਉੱਠਣ ਦੀ ਵੀ ਕੋਸ਼ਿਸ਼ ਕੀਤੀ ਅਸੀਂ ਦਬਾਵਾਂਗੇ। ਸੋ ਕਹਿਣ ਦਾ ਮਤਲਬ, ਜੇ ਧਰਮ ਤੋਂ ਸੇਧ ਲੈ ਕੇ ਜ਼ੁਲਮ ਦੇ ਖਿਲਾਫ ਲੜਿਆ ਜਾਵੇ, ਇਸ 'ਚ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਪਹਿਲੀ ਗੱਲ ਤਾਂ ਸਮਾਨਤਾ ਦੀ ਨਿਸ਼ਾਨਦੇਹੀ ਲਾਜ਼ਮੀ ਹੈ। ਅਗਲੀ ਗੱਲ ਇਹ ਆਉਂਦੀ ਕਿ ਜਦੋਂ ਬਾਬਾ ਗੁਰਦਿੱਤ ਸਿੰਘ ਇੱਥੇ ਆਏ ਨੇ, ਉਹ ਕੋਈ ਵਪਾਰ ਕਰਨ ਦੇ ਉਦੇਸ਼ ਨਾਲ ਨਹੀਂ ਸੀ ਆਏ। ਇਹ ਗੱਲ ਬੜੀ ਕਲੀਅਰ ਹੈ, ਕਿਉਂਕਿ ਪਹਿਲਾਂ ਤਾਂ ਗਦਰੀ ਜਿਹੜੇ ਇੱਥੋਂ ਗਏ, ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਇਹ ਬੜੀ ਵੱਡੀ ਲੜਾਈ ਸੀ ਇਹ ਵਾਲੀ, ਕਿ ਉਹਨਾਂ ਨੇ ਇਹ ਕੀਤਾ ਬਿਲਕੁਲ ਉਸ ਤਰ੍ਹਾਂ ਜਿਵੇਂ ਰੋਜ਼ਾ ਪਾਰਕਸ ਦੇ ਕੇਸ 'ਚ ਵੀ ਸੀਗਾ। ਰੋਜ਼ਾ ਪਾਰਕਸ ਨੂੰ ਜਦੋਂ ਇਹ ਕਿਹਾ ਗਿਆ ਕਿ ਤੂੰ ਮੂਹਰੇ ਲੱਗ, ਤੂੰ ਬੱਸ ਵਿੱਚ ਜਾ ਕੇ ਇਸ ਕਾਨੂੰਨ ਦੀ ਅਵੱਗਿਆ ਕਰਕੇ ਗ੍ਰਿਫਤਾਰੀ ਦੇ ਕੇ ਇਸ ਨੂੰ ਅਦਾਲਤਾਂ 'ਚ ਲੈ ਕੇ ਜਾਣਾ, ਅਗਾਂਹ ਜਾ ਕੇ ਲੜਾਈ ਆਪਾਂ ਜਿੱਤ ਕੇ ਵਿਖਾਵਾਂਗੇ। ਉਸੇ ਤਰੀਕੇ ਨਾਲ ਗਦਰੀਆਂ ਨੇ ਪ੍ਰੇਰਿਆ ਸੀ ਬਾਬਾ ਜੀ ਨੂੰ ਕਿ ਤੁਸੀਂ ਜਹਾਜ਼ ਲੈ ਕੇ, ਸਵਾਰੀਆਂ ਲੈ ਕੇ ਉੱਥੇ ਆਓ, ਕਿਉਂਕਿ ਜਿਹੜਾ ਬਰਤਾਨਵੀ ਸਰਕਾਰ ਇਹ ਦਾਅਵੇ ਕਰਦੀ ਹੈ ਕਿ ਸਾਡੇ ਲਈ ਜਿਹੜੀ ਸਾਡੀ ਪ੍ਰਜਾ ਆ, ਉਹਦੇ ਲਈ ਕਾਨੂੰਨ ਇੱਕ ਬਰਾਬਰ ਆ। ਸਾਡੇ ਪ੍ਰਜਾ ਦਾ ਕੋਈ ਮੈਂਬਰ ਸਾਡੀ ਸਲਤਨਤ ਦੇ ਘੇਰੇ ਵਿੱਚ ਇੱਕ ਥਾਂ ਤੋਂ ਉੱਠ ਕੇ ਦੂਜੀ ਥਾਂ 'ਤੇ ਜਾ ਸਕਦਾ। ਔਰ ਜਿਹੜੇ ਭਾਰਤ ਵਿੱਚ ਰਹਿੰਦੇ ਲੋਕ ਸੀਗੇ, ਉਹਨਾਂ ਨੂੰ ਇਹ ਸੀਗਾ ਇਸ ਗੱਲ ਦਾ ਅਹਿਸਾਸ ਕਿ ਅਸੀਂ ਕਿਉਂਕਿ ਬਰਤਾਨਵੀ ਪ੍ਰਜਾ, ਅਸੀਂ ਬਾਹਰ ਜਾ ਕੇ ਵੀ ਕੰਮ ਕਰ ਸਕਦੇ ਹਾਂ, ਕੈਨੇਡਾ ਜਾ ਕੇ ਵੀ ਕੰਮ ਕਰ ਸਕਦੇ ਹਾਂ। ਕੈਨੇਡਾ ਵੀ ਬਰਤਾਨਵੀ ਪ੍ਰਜਾ ਦਾ ਹਿੱਸਾ ਸੀਗਾ, ਸਾਮਰਾਜ ਦਾ ਹਿੱਸਾ ਸੀ, ਅਤੇ ਭਾਰਤ ਵੀ ਸਾਮਰਾਜ ਦਾ ਹਿੱਸਾ ਸੀਗਾ। ਉਹਨਾਂ ਨੂੰ ਸੀ ਕਿ ਅਸੀਂ ਸਲਤਨਤ ਦੇ ਘੇਰੇ ਵਿੱਚ ਕਿਧਰੇ ਵੀ ਉੱਠ ਕੇ ਜਾ ਕੇ ਕੰਮ ਕਰ ਸਕਦੇ ਹਾਂ, ਸਾਨੂੰ ਕੌਣ ਰੋਕੂਗਾ। ਔਰ ਗੁਰਦਿੱਤ ਸਿੰਘ ਚੇਤਨ ਸੀ ਇਸ ਗੱਲ ਲਈ। ਉਹਨਾਂ ਨੇ ਬਕਾਇਦਾ ਮੀਡੀਆ ਨਾਲ ਵੀ ਗੱਲ ਇਹ ਕੀਤੀ ਕਿ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਜਾ ਕੇ ਕੈਨੇਡਾ ਵਿੱਚ ਇਸ ਕਾਨੂੰਨ ਨੂੰ ਚੁਣੌਤੀ ਦੇਈਏ, ਕਿਉਂਕਿ ਅਸੀਂ ਕੋਈ ਕਾਨੂੰਨ ਨਹੀਂ ਤੋੜਿਆ। ਅਸੀਂ ਬਰਤਾਨਵੀ ਪ੍ਰਜਾ ਹੋਣ ਦੇ ਨਾਤੇ ਇੱਥੇ ਆਉਣ ਦੇ ਹੱਕਦਾਰ ਹਾਂ। ਜੇ ਸਾਨੂੰ ਰੋਕਣਗੇ ਅਸੀਂ ਅਦਾਲਤੀ ਚਾਰਾਗੋਈ ਕਰਾਂਗੇ, ਨਹੀਂ ਤਾਂ ਅਸੀਂ ਅੱਗੇ ਕਿਤੇ ਹੋਰ ਨਿਕਲ ਜਾਵਾਂਗੇ। ਸੋ ਉਹ ਵਪਾਰੀ ਤਾਂ ਉਹ ਹੈ ਹੀ ਸੀਗੇ, ਕੋਈ ਸ਼ੱਕ ਨਹੀਂ, ਕੋਈ ਡਿਨਾਈ ਵੀ ਨਹੀਂ ਕਰਦਾ। ਪਰ ਸਵਾਲ ਇਹ ਵੀ ਪੈਦਾ ਹੁੰਦਾ ਕਿ ਜੇ ਗਾਂਧੀ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਜੀ ਆਜ਼ਾਦੀ ਘੁਲਾਟੀਆ ਸੀਗਾ, ਹਾਲਾਂਕਿ ਉਹ ਵੀ ਪੇਸ਼ੇਵਰ ਵਕੀਲ ਸੀ, ਔਰ ਇੱਕ ਸਾਖੀ ਚੱਲਦੀ ਕਿ ਵੀ ਉਹਨੂੰ ਟ੍ਰੇਨ 'ਚੋਂ ਧੱਕਾ ਦਿੱਤਾ, ਉਸ ਤੋਂ ਬਾਅਦ ਉਹਦੀ ਅੱਖਾਂ ਖੁੱਲ੍ਹ ਗਈਆਂ, ਫਿਰ ਉਹ ਆਜ਼ਾਦੀ ਦੀ ਲੜਾਈ ਵਿੱਚ ਕੁੱਦ ਪਿਆ। ਅਤੇ ਜੇ ਅਸੀਂ ਇੰਨੀ ਜਿਹੀ ਗੱਲ ਨੂੰ ਲੈ ਕੇ ਐਡੀ ਸਾਖੀ ਨੂੰ ਐਡਾ ਮਹਾਨ ਬਣਾ ਲਿਆ, ਅਤੇ ਗੁਰਦਿੱਤ ਸਿੰਘ ਨੇ ਜੇ ਵਪਾਰ ਕਰਦਿਆਂ ਜੇ ਕੋਈ ਪੁੰਨ ਦਾ ਕੰਮ ਵੀ ਕਰ ਲਿਆ, ਤਾਂ ਕਿੱਡੀ ਕੁ ਵੱਡੀ ਗੱਲ ਸੀ ਆ ਵਾਲੀ। ਸੋ ਕਈ ਗੱਲਾਂ ਅਸੀਂ ਨਾ ਮਤਲਬ ਬਿਨਾਂ ਪੜ੍ਹੇ ਆਪਾਂ ਕਹਿ ਦਿੰਦੇ ਹਾਂ, ਪਰ ਗੁਰਦਿੱਤ ਸਿੰਘ ਦਾ ਜਿਹੜਾ ਇਹ ਐਕਟ ਸੀਗਾ, ਜਹਾਜ਼ ਨੂੰ ਲਿਆਉਣਾ, ਇੱਥੋਂ ਦੇ ਕਾਨੂੰਨ ਨੂੰ ਚੁਣੌਤੀ ਦੇਣਾ, ਇੱਥੋਂ ਦੀ ਸਰਕਾਰ ਦੇ ਪਾਜ ਉਘਾੜਨਾ, ਇਹ ਆਪਣੇ ਆਪ ਵਿੱਚ ਇੱਕ ਐਕਟ ਆਫ ਰੈਜ਼ਿਸਟੈਂਸ ਸੀਗਾ। ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਗੱਲ ਨੂੰ ਜਿਸ ਤਰ੍ਹਾਂ ਤੁਸੀਂ ਇਤਿਹਾਸ ਦੇ ਪਹਿਲੂਆਂ ਤੋਂ ਸਾਂਝਾ ਕੀਤਾ ਕਿ ਗਦਰ ਲਹਿਰ ਦੇ ਯੋਧੇ ਭਾਈ ਬਲਵੰਤ ਸਿੰਘ ਜੀ, ਭਾਈ ਭਾਗ ਸਿੰਘ ਜੀ, ਹੋਰਨਾਂ ਜਿਵੇਂ ਜਿਵੇਂ ਸਮੇਂ-ਸਮੇਂ ਇਸ ਕਾਲੇ ਕਾਨੂੰਨ ਨੂੰ ਜਿਹੜਾ ਕੰਟੀਨਿਊਸ ਜਰਨੀ ਦਾ ਸੀ, ਉਹਨੂੰ ਚੁਣੌਤੀ ਦੇਣ ਲਈ ਕੋਈ ਰਸਤਾ ਲੱਭਿਆ। ਉਹਦੇ ਵਿੱਚੋਂ ਇੱਕ ਰਸਤਾ ਇਹੀ ਸੀ ਕਿ ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਾਰੂ ਇੱਥੇ ਆਇਆ। ਅਤੇ ਇਸ ਗੱਲ ਦੇ ਵਿੱਚ ਵੀ ਦੋ ਰਾਮਾਂ ਨਹੀਂ
कि उस जहाज़ के मुसाफिरां ने जो संघर्ष किया वो एक मिसाल है। तो जिमें उस जहाज़ नूं वैनकूवर बंदरगाह तो रोकिया गया, जिस तरीके नाल मुसाफिरां नूं उतर ना दिता गया, 2 महीने तक उन्हां नाल रज के नस्लवाद होया, अते जिस तरह सी लाइन लिया के इस जहाज़ नूं डोबण की कोशिश भी की गई, जो हमलावर रुख अख्तियार किया गया, बीमारी के हाल दे विच इहो जे मौसम दे विच जिवें उन्हां परिवारां जां मुसाफिरां नाल धक्केशाही हुई, वो इस गल की मिसाल है कि गल वपार की नहीं सी, गल सी आचार की, विहार की, तो गल सी सिद्धांत की, गल सी असूलों की लड़ाई की, गल सी नस्लवाद के कानून नूं चुनौती देण दी। सो जिहड़े अज भी जदों कामागाटा मारू के इतिहास नूं याद करते हैं, वो इस गल नूं समझण जरूर कि एक किताब बाबा गुरदित सिंह जी ने लिखी है। उस किताब दे विच उन्होंने अपनी जीवनी लिखी है। उसका जो टाइटल है गुरु नानक जहाज़ दे मुसाफिरां दी जुल्मी गाथा, ये उसका टाइटल है। ये किताब मिल सकती है। ये किताब दे विच गुरदित सिंह जी ने वो सारे सफ़र नूं बयान किया, तो उन्हां दी हड्डबीती दसी, किवें ये जहाज़ लिआंदा गया, किवें राह दे विचों मुसाफिर शामिल होए, किस तरीके नाल ये जहाज़ मोड़िया गया, किवें जाके बजबज घाट ते शहीदी साका होया, किस तरीके नाल वो रुपोश होए, किस तरीके नाल सरबराहां ने उन्हां दे खिलाफ अंग्रेज़ां दे कहण ते जां सरदार बहादरां दे कहण ते उन्हां नूं असिख करार दिता, किस तरीके नाल ननकाणा साहब दे शहीदी साके मौके ननकाणा साहब विखे वो जनतक होए, तो उन्होंने उत्थे समूह सिख जगत ने सत्कार दिंदियां कौम का हीरा करार दिता, किवें उन्हां दी गिरफ्तारी हुई। एक लम्मा चैप्टर है, तो इतिहास नूं असीं पढ़ीए तो सानूं बहुत रोशनी मिलती है। जदों पहली बार सर गुरदेव सिंह होरां दी संपादित की किताब मैनूं पढ़न का मौका मिलिया, गुरु नानक जहाज़ के मुसाफिरां दी जुल्मी गाथा, तो मैं उस दे विच वो सारे वेरवे देखे, वो टिकटां जिस तरीके नाल उहदे विच लिखिया, किवें किवें मुसाफिरां दीयां टिकटां सन, की उन्हां दा नाम सी, किवें बेरवे सन, कित्थों कित्थों आए सन, तो किवें बाद दे विच उन्हां नाल धक्का होया जदों भारत जाके रुपोश होए। उस दे विच कई घटनावां तुहानूं बड़ा दुख देण वालीआं ने, जिथे तुसीं ये गल दा जिक्र कीता कि सरबराह दरबार साहब ते काबिज सन, उत्थे एक दूसरी धिर जिहड़ी कि हिंदुत्व का एजेंडा लैके पहलां तो ही चल रही सी। बॉम्बे दे विच भाई गुरदित सिंह जी बड़ा मुश्किल दे नाल लुकवें रूप दे विच लाजपत राय नूं मिलण वास्ते पहुंचे। एक उन्होंने स्लिप भी भेजी, तो उस वेले उसने उन्होंने भगा के घर में मारिया, तो ये कहा कि जाओ तुसीं जाके लीडरशिप नूं मिलो, मैं तुहाडी कोई मदद नहीं कर सकता। हैरानी सी इस गल दी। नहीं वो तो देखो जो लाला लाजपत राय की गल बड़ी क्लीयर आ, ਉਹਦਾ ਤਾਂ ਦ੍ਰਿਸ਼ਟੀਕੋਣ ਬੜਾ ਸੀਮਤ ਸੀ। ਉਹ ਤਾਂ ਹਿੰਦੂ ਰਾਸ਼ਟਰ ਦਾ ਸੁਪਨਾ ਪਾਲ ਰਿਹਾ ਸੀ, ਉਸਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਸੀ ਕਿ ਆਜ਼ਾਦੀ ਆਊਗੀ ਤੇ ਸਾਰਿਆਂ ਨੇ ਰਲ ਕੇ ਉਸਦਾ ਨਿੱਘ ਮਾਣਨਾ। ਉਸਨੂੰ ਇਸ ਗੱਲ ਦਾ ਕੋਈ ਸਰੋਕਾਰ ਨਹੀਂ ਸੀ, ਕਿਉਂਕਿ ਇਹ ਉਹ ਧਾਰਾ ਦੇ ਲੋਕ ਸੀਗੇ ਜਿਨ੍ਹਾਂ ਨੂੰ ਅਸੀਂ ਗਰਮ ਦਲੀਏ ਕਹਿੰਦੇ ਆ। ਇੱਕ ਗੱਲ ਚੱਲਦੀ ਹੁੰਦੀ ਸੀ ਲਾਲ ਬਾਲ ਪਾਲ, ਬੜਾ ਉਹਨੂੰ ਮਸਾਲੇ ਲਾ ਲਾ ਕੇ ਵਢਿਆ ਕੇ ਗੱਲ ਬਾਤ ਇਤਿਹਾਸ 'ਚ ਬੱਚਿਆਂ ਨੇ ਗਲਾਂ ਦੇ ਵਿੱਚ ਧੱਕੀ ਹੋਈ। तो वो ਜਿਹੜਾ ਲਾਲ ਬਾਲ ਪਾਲ ਜਾਂ ਗਰਮ ਦਲੀਆਂ ਦਾ ਇਤਿਹਾਸ ਸੀਗਾ, ਉਹ ਸਿਰਫ ਇਹ ਸੀ ਸੀਮਤ ਜੇ ਗੱਲ ਨੂੰ ਸਮਝਣਾ ਹੋਵੇ ਤਾਂ ਥੋੜ੍ਹੇ ਜਿਹੇ ਸਮੇਂ ਦੇ ਵਿੱਚ, ਕਿ ਇਹ ਤਾਂ ਚਾਹੁੰਦੇ ਸੀਗੇ ਕਿ ਇਹੋ ਜਿਹਾ ਰਾਜ ਹੋਵੇ ਜਿੱਥੇ ਬ੍ਰਾਹਮਣਾਂ ਦਾ ਰਾਜ ਹੁੰਦਾ ਹੋਵੇ, ਮਨੂਵਾਦੀਆਂ ਦੇ ਬਣਾਏ ਹੋਏ ਸੰਕਲਪ ਅਨੁਸਾਰ ਉਹ ਰਾਜ ਹੋਵੇ। ਅਸੀਂ ਕੋਈ ਰਿਆਇਤਾਂ ਨਹੀਂ ਦੇਣੀਆਂ ਘੱਟ ਗਿਣਤੀਆਂ ਨੂੰ, ਕੋਈ ਰਿਆਇਤਾਂ ਨਹੀਂ ਦੇਣੀਆਂ ਪਛੜੀਆਂ ਸ਼੍ਰੇਣੀਆਂ ਨੂੰ। ਉਹ ਤਾਂ ਪਹਿਲਾਂ ਹੀ ਕਹਿਣ ਲੱਗ ਪਏ ਸੀ ਕਿ ਹਿੰਦੂ ਤੇ ਮੁਸਲਮਾਨ ਦੋ ਵੱਖਰੀਆਂ ਕੌਮਾਂ ਨੇ ਇਕੱਠੇ ਰਹਿ ਨਹੀਂ ਸਕਦੇ। ਇਹਨਾਂ ਕਾਰਨਾਂ ਕਰਕੇ ਤਾਂ ਭਗਤ ਸਿੰਘ ਦਾ ਵਿਰੋਧ ਸੀ ਲਾਲਾ ਲਾਜਪਤ ਦਾ। ਸੋ ਇਸ ਕਰਕੇ ਉਸ ਤੋਂ ਇਹੀ ਆਸ ਕੀਤੀ ਜਾ ਸਕਦੀ ਸੀ। ਇਹਨਾਂ ਲੋਕਾਂ ਨੇ ਉਸ ਲੜਾਈ ਨੂੰ ਪਿੱਠ ਦਿੱਤੀ ਹੈ। ਇਹਨਾਂ ਨੇ ਉਸ ਲੜਾਈ ਨੂੰ ਤਾਂ ਵੀ ਪਿੱਠ ਦਿੱਤੀ ਕਿਉਂਕਿ ਸੈਕੂਲਰ ਲੜਾਈ ਸੀਗੀ। ਇਹਦੇ ਵਿੱਚ ਤਾਂ ਉਹਨਾਂ ਨੂੰ ਬਾਦਸ਼ਾਹ ਆ ਰਹੀ ਸੀ ਇਸ ਗੱਲ ਦੀ ਕਿ ਗੁਰਦਿੱਤ ਸਿੰਘ ਤਾਂ ਮੁਸਲਮਾਨਾਂ ਨੂੰ ਵੀ ਨਾਲ ਲਈ ਫਿਰਦਾ। ਉਹ ਕਿਵੇਂ ਸਹਾਰਦੇ ਇਸ ਗੱਲ ਨੂੰ। ਦੂਜੀ ਗੱਲ, ਉਹਨਾਂ ਨੂੰ ਇਸ ਗੱਲ ਦਾ ਵੀ ਹਮੇਸ਼ਾ ਰਿਹਾ, ਕਿਉਂਕਿ ਲੰਮਾ ਸਮਾਂ ਕਾਂਗਰਸ ਪਾਰਟੀ ਦਾ ਰਾਜ ਰਿਹਾ ਭਾਰਤ ਵਿੱਚ, ਉਹਨਾਂ ਨੇ ਇਸ ਇਤਿਹਾਸ ਨੂੰ ਬਿਲਕੁਲ ਪਾਸੇ ਰੱਖਿਆ। ਕਾਮਾਗਾਟਾ ਮਾਰੂ ਦੇ ਮੁਸਾਫਰਾਂ ਦੇ ਘੋਲ ਨੂੰ ਆਜ਼ਾਦੀ ਦਾ ਘੋਲ ਮੰਨਿਆ ਹੀ ਨਹੀਂ ਗਿਆ। ਇਹ ਵੀ ਅਟਲ ਸੱਚਾਈ ਹੈ ਔਰ ਇਹ ਬਹੁਤ ਕੌੜੀ ਸੱਚਾਈ ਹੈ। ਸੋ ਜ਼ਿਆਦਤੀ ਪੈਰ ਪੈਰ 'ਤੇ ਉਹਨਾਂ ਨਾਲ ਹੋਈ ਆ, ਸਾਨੂੰ ਇਹ ਗੱਲ ਮੰਨਣੀ ਪੈਣੀ ਹੈ। ਔਰ ਲਾਲਾ ਲਾਜਪਤ ਰਾਏ ਵੇਲੇ ਹੀ ਅਸੀਂ ਉਸ ਦੇ ਲੱਛਣ ਵੇਖ ਸਕਦੇ ਸੀਗੇ। ਇਹ ਦੋ ਗੱਲਾਂ ਜਿਹੜੀਆਂ ਘਟਨਾਵਾਂ ਜਿਨ੍ਹਾਂ ਦੇ ਵਿੱਚੋਂ ਅਸੀਂ ਦੇਖਦੇ ਹਾਂ ਕਿ ਉਸ ਵੇਲੇ ਦੀ ਜਿਹੜੀ ਸਰਕਾਰ ਪ੍ਰਸਤ ਅੰਗਰੇਜ਼ ਪ੍ਰਸਤ ਲੀਡਰਸ਼ਿਪ ਜਿਸ ਦਾ ਕਬਜ਼ਾ ਦਰਬਾਰ ਸਾਹਿਬ 'ਤੇ ਸੀ, ਜਾਂ ਉਹ ਏਜੰਡੇ ਵਾਲੀ ਇੱਕ ਜਿਹੜੀ RSS ਪੱਖੀ ਲੌਬੀ ਜਿਹੜੀ ਕਿ ਵੱਖਰੇ ਵੱਖਰੇ ਰੂਪ ਦੇ ਵਿੱਚ ਅੱਜ ਵੀ ਵਿਚਰਦੀ ਹੈ, ਉਹ ਕਾਮਾਗਾਟਾ ਮਾਰੂ ਜਹਾਜ਼ ਹੋਵੇ ਜਾਂ ਗਦਰ ਲਹਿਰ ਦੇ ਯੋਧੇ ਹੋਣ, ਉਹਨਾਂ ਨੂੰ ਨਾ ਮਾਨਤਾ ਦੇਵੇਗੀ ਅਤੇ ਨਾ ਹੀ ਉਸ ਨੂੰ ਉਹ ਪੁੱਗਦਾ। ਕਿਉਂਕਿ ਜਿਹੜੇ ਇਸ ਜਹਾਜ਼ ਦੇ ਬਾਕਾਇਦਾ ਤੌਰ 'ਤੇ ਜਿਨ੍ਹਾਂ ਦੇ ਵਾਰਸ ਅਸੀਂ ਕਹਿ ਸਕਦੇ ਹਾਂ, ਉਹ ਲੋਕ ਸਨ
ਜਿਨ੍ਹਾਂ ਲੋਕਾਂ ਨੇ ਨਸਲਵਾਦ ਦੇ ਖਿਲਾਫ ਸਾਰੀ ਲੜਾਈ ਲੜੀ। ਹੁਣ ਜਦੋਂ ਅਸੀਂ ਬਾਬਾ ਗੁਰਦਿੱਤ ਸਿੰਘ ਦੀ ਗੱਲ ਕਰਦੇ ਹਾਂ ਤੇ ਕਾਮਾਗਾਟਾਮਾਰੂ ਜਹਾਜ਼ ਵੈਨਕੂਵਰ ਪਹੁੰਚਣ ਦੀ ਗੱਲ ਕਰਦੇ ਹਾਂ ਤਾਂ ਫਿਰ ਸਾਡੇ ਸਾਹਮਣੇ ਆਉਂਦੀਆਂ ਸ਼ਖਸੀਅਤਾਂ ਜਿਨ੍ਹਾਂ ਦੇ ਵਿੱਚੋਂ ਸ਼ਹੀਦ ਭਾਈ ਭਾਗ ਸਿੰਘ ਜੀ ਭਿੱਖੀਵਿੰਡ, ਜਿਨ੍ਹਾਂ ਨੇ ਬਕਾਇਦਾ ਖਾਲਸਾ ਦੀਵਾਨ ਸੁਸਾਇਟੀ ਦੇ ਮੰਚ ਤੇ ਇਹ ਆਵਾਜ਼ ਦਿੱਤੀ ਕਿ ਜਹਾਜ਼ ਹੁਣ ਸਾਡੇ ਕੋਲ ਪਟੇ ਤੇ ਆ ਗਿਆ, ਅਸੀਂ ਇਸ ਦੇ ਲਈ ਪੈਸਾ ਅਦਾ ਕਰਕੇ ਇਸ ਦੇ ਮੁਸਾਫਰਾਂ ਨੂੰ ਇੱਥੇ ਠਹਿਰਾਉਣਾ। ਹਸਨ ਰਹੀਮ, ਜਿਨ੍ਹਾਂ ਨੇ ਬਕਾਇਦਾ ਤੌਰ ਤੇ ਉਸ ਮੌਕੇ ਤੇ ਆਪਣੀ ਅਹਿਮ ਭੂਮਿਕਾ ਨਿਭਾਈ ਤੇ ਅਗਵਾਈ ਦਿੱਤੀ। ਭਾਈ ਬਲਵੰਤ ਸਿੰਘ ਜੀ ਖੁਰਦਪੁਰ, ਜਦੋਂ ਜਹਾਜ਼ ਦੇ ਲਈ ਪੈਸਾ ਇਕੱਠਾ ਕੀਤਾ ਗਿਆ, ਮੁੱਖ ਗ੍ਰੰਥੀ ਹੁੰਦਿਆਂ ਉਹਨਾਂ ਨੇ ਇਹ ਆਵਾਜ਼ ਬੁਲੰਦ ਕੀਤੀ। ਬਾਅਦ ਦੇ ਵਿੱਚ ਸੁਮਸ ਤੋਂ ਬਾਰਡਰ ਤੋਂ ਹਥਿਆਰ ਲਿਆਉਂਦੇ ਹੋਏ ਇਹ ਗ੍ਰਿਫਤਾਰ ਹੋਏ ਭਾਈ ਬਲਵੰਤ ਸਿੰਘ ਜੀ, ਭਾਗ ਸਿੰਘ ਜੀ। ਜਹਾਜ਼ ਜਦੋਂ ਵਾਪਸ ਪਰਤਿਆ ਉਸ ਤੋਂ ਬਾਅਦ ਦੀਆਂ ਘਟਨਾਵਾਂ ਜਿਹੜੀਆਂ ਕਿ ਇੱਕ ਅਤ ਨਿੰਦਣਯੋਗ ਤੇ ਉਸ ਸਮੇਂ ਦੀ ਜਿਹੜੀ ਖੁਫੀਆ ਬਕਾਇਦਾ ਹੌਪਕਿੰਸਨ ਦਾ ਦਾਇਰਾ ਸੀ ਜਾਂ ਬੇਲਾ ਜਾਣ ਦਾ, ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਖਾਲਸਾ ਦੀਵਾਨ ਸੁਸਾਇਟੀ ਦੇ ਉਸ ਮਹਾਨ ਸਥਾਨ 'ਤੇ ਗੋਲੀਆਂ ਚਲਾ ਕੇ ਭਾਈ ਭਾਗ ਸਿੰਘ ਜੀ ਅਤੇ ਪਤਨ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ। ਅਤੇ ਜਦੋਂ ਇਹ ਜਹਾਜ਼ ਕਾਮਾਗਾਟਾਮਾਰੂ ਇੱਥੋਂ ਵਾਪਸ ਵੀ ਮੁੜਿਆ ਭਾਰਤ ਦੇ ਵਿੱਚ, ਕਲਕੱਤੇ ਦੀ ਬਜਬਜ ਘਾਟ 'ਤੇ ਵੀ ਜਿਹੜੀ ਘਟਨਾ ਹੋਈ, ਇੱਥੇ ਤਾਂ ਨਸਲਵਾਦ ਜੋ ਹੋਇਆ ਉਹ ਹੋਇਆ, ਪਰ ਭਾਰਤ ਦੇ ਵਿੱਚ ਜਿਸ ਤਰ੍ਹਾਂ ਦੀਆਂ ਇਹ ਸ਼ਹੀਦੀਆਂ ਹੋਈਆਂ ਉਹ ਵੀ ਬੜੀ ਅਹਿਮ ਦਾਸਤਾਨ ਹੈ। नहीं बिल्कुल उस पूरी कड़ी का इंपॉर्टेंट हिस्सा वाला और जो बजबज का साका सी उसने एक तरीके का बलदी के अग का काम किया उसने जी। जिवें ਅਸੀਂ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਗੱਲ ਕੀਤੀ ਹੈ ਥੋੜੇ ਸਮੇਂ ਪਹਿਲਾਂ, ਡੈਸਮੰਡ ਟੂਟੂ ਦੀ ਗੱਲ ਵੀ ਕੀਤੀ ਹੈ। ਹੁਣ ਮੈਂ ਤੁਹਾਨੂੰ ਫਿਰ ਦੁਬਾਰਾ ਲੈ ਕੇ ਜਾਣਾ ਚਾਹੁੰਦਾ ਉਸ ਇਤਿਹਾਸ ਵੱਲ। ਉਸ ਦੇ ਬਾਰੇ ਇਸੇ ਮੰਚ ਤੋਂ ਆਪਾਂ ਗੱਲ ਕੀਤੀ ਸੀ ਕਿ ਜਿਹੜਾ 21 ਮਾਰਚ ਨੂੰ 1960 ਵਿੱਚ ਜੋ ਸ਼ਾਰਪਵਿਲ ਕਾਂਡ ਹੋਇਆ, ਜਿਹੜੇ ਲੋਕ ਪਾਸ ਸਿਸਟਮ ਦੇ ਖਿਲਾਫ ਸ਼ਾਂਤਮਈ ਲੜਾਈ ਲੜ ਰਹੇ ਸੀ, 69 ਜਿਹੜੇ ਸਿਆਰ ਨਸਲ ਦੇ ਲੋਕ ਸੀ ਗੋਲੀਆਂ ਨਾਲ ਭੁੰਨ ਦਿੱਤੇ ਗਏ। ਉਸ ਤੋਂ ਪਿੱਛੋਂ ਵੇਖੋ ਕਿ ਦੱਖਣੀ ਅਫਰੀਕਾ ਵਿੱਚ ਆਜ਼ਾਦੀ ਦੀ ਲੜਾਈ ਪ੍ਰਚੰਡ ਹੋਈ ਹੈ। ਉਸ ਤੋਂ ਪਹਿਲਾਂ ਨੈਲਸਨ ਮੰਡੀਲਾ ਤੇ ਬਾਕੀ ਸਾਰੇ ਸ਼ਾਂਤਮਈ ਤਰੀਕੇ ਨਾਲ ਲੜਾਈ ਲੜ ਰਹੇ ਸੀਗੇ, ਜਿਸ ਤੋਂ ਪਿੱਛੋਂ ਉਹਨਾਂ ਨੂੰ ਇਨਕਲਾਬੀ ਤਰੀਕਾ ਅਖਤਿਆਰ ਕਰਨਾ ਪਿਆ, ਸਬੋਟਾਜ ਦਾ, ਹਥਿਆਰਬੰਦ ਸੰਘਰਸ਼ ਦਾ। ਉਸ ਤੋਂ ਪਹਿਲਾਂ ਸਭ ਕੁਝ ਸ਼ਾਂਤਮਈ ਚੱਲ ਰਿਹਾ ਸੀ। ਉਸੇ ਤਰੀਕੇ ਨਾਲ ਅਸੀਂ ਵੇਖਦੇ ਹਾਂ ਕਿ ਜਲਿਆਂਵਾਲੇ ਬਾਗ ਦਾ ਸਾਕਾ ਹੁੰਦਾ ਜਾਂ ਬਜਬਜ ਦਾ ਸਾਕਾ ਹੁੰਦਾ, ਉਸ ਤੋਂ ਪਿੱਛੋਂ ਇਹ ਜਿਹੜੀ ਲੜਾਈ ਹੋਰ ਪ੍ਰਚੰਡ ਹੋਈ ਹੈ। ਨਨਕਾਣੇ ਸਾਹਿਬ ਦੇ ਸਾਕੇ ਤੋਂ ਬਾਅਦ ਹੀ ਬੱਬਰਕਾਰੀ ਦਾ ਜਿਹੜਾ ਲਹਿਰ ਦਾ ਉਠਾਨ ਹੁੰਦਾ ਨਾ, ਇਹ ਹਕੀਕਤ ਆ। ਬਿਲਕੁਲ, ਜਦੋਂ ਤੁਸੀਂ ਧੱਕਾ ਕਰੋਗੇ ਤਾਂ ਫਿਰ ਕੋਈ ਨਾ ਕੋਈ ਪ੍ਰਤੀਕਰਮ ਦਾ ਹੋਏਗਾ ਹੀ। ਸੋ ਬਜਬਜ ਦਾ ਜਿਹੜਾ ਸਾਕਾ ਸੀਗਾ ਉਸਨੇ ਬਲਦੀ ਦੇ ਅੱਗ ਦਾ ਕੰਮ ਕੀਤਾ। ਉਸ ਤੋਂ ਮਗਰੋਂ ਲੜਾਈ ਆਜ਼ਾਦੀ ਦੀ ਹੋਰ ਵੀ ਤਿੱਖੀ ਹੋਈ ਹੈ। ਜਿਵੇਂ ਕਿ ਇੱਕ ਜਦੋਂ ਤੱਕ ਮੈਂ ਪੜ੍ਹਿਆ ਸੰਤ ਵਿਸਾਖਾ ਸਿੰਘ ਬਾਰੇ ਵੀ ਸੁਣਦੇ ਕਿ ਵੀ ਉਹਨਾਂ ਦਾ ਆਪਣਾ ਕੋਈ ਭਤੀਜਾ ਰਿਸ਼ਤੇਦਾਰ ਇਸ ਸਾਕੇ 'ਚ ਮਾਰਿਆ ਗਿਆ। ਇਹ ਸੁਣਦੇ ਸਾਰੀ ਉਹਨਾਂ ਨੇ ਉੱਥੋਂ ਭਾਰਤ ਦੀ ਰਵਾਨਗੀ ਪਾ ਲਈ, ਵਾਪਸ ਗਏ ਕਿ ਮੈਂ ਜਾ ਕੇ ਉੱਥੇ ਗਦਰ ਲਹਿਰ 'ਚ ਸ਼ਾਮਲ ਹੋਊਂਗਾ। ਮਤਲਬ ਗਦਰ ਲਹਿਰ ਦੇ ਵਿੱਚ ਤੇਜ਼ੀ ਲਿਆਉਣ ਦੇ ਵਿੱਚ ਵੀ ਇਹ ਘਟਨਾਕ੍ਰਮ ਨੇ ਇੱਕ ਰੋਲ ਅਦਾ ਕੀਤਾ। ਸਾਨੂੰ ਇਹ ਵੀ ਸਮਝਣਾ ਪੈਣਾ, ਗਦਰ ਇਤਿਹਾਸ ਤੋਂ ਇਸ ਤੋਂ ਵੱਖਰਾ ਕਰਕੇ ਨਹੀਂ ਵੇਖ ਸਕਦੇ। ਤੁਸੀਂ ਵੇਖੋ ਜੀ 1908 ਵਿੱਚ ਸਿੱਧੇ ਸਫ਼ਰ ਦਾ ਕਾਨੂੰਨ ਬਣਿਆ, ਬਾਬਾ ਜੀ ਇਹ ਜਹਾਜ਼ ਲੈ ਕੇ ਆਉਂਦੇ ਨੇ 1914 ਵਿੱਚ। ਇਹਦਾ ਮਤਲਬ ਜਿਹੜੇ ਅੱਜ 6 ਸਾਲਾਂ 'ਚ ਕੁਛ ਤਾਂ ਹੋਇਆ ਹੋਊਗਾ ਨਾ, ਕੋਈ ਤਾਂ ਵਜ੍ਹਾ ਬਣੀ ਹੋਊਗੀ ਕਿ ਜਹਾਜ਼ ਲਿਆਉਣ ਦੀ ਕਿਉਂ ਲੋੜ ਪਈ ਉੱਥੇ, ਕਿਉਂਕਿ ਪਹਿਲਾਂ ਹੀ ਚੁਣੌਤੀਆਂ ਦਿੱਤੀਆਂ ਜਾ ਰਹੀ ਸੀਗੀਆਂ ਇਸ ਕਾਨੂੰਨ ਨੂੰ। ਸੋ ਉਸ ਕਾਨੂੰਨ ਨੂੰ ਚੁਣੌਤੀ ਦੇਣ ਦੇ ਉਦੇਸ਼ ਨਾਲ ਇਹ ਜਹਾਜ਼ ਲਿਆਇਆ ਗਿਆ ਸੀਗਾ। ਇਹ ਤੱਥ ਹੀ ਬੋਲ ਰਹੇ ਨੇ, ਇਹ ਸਾਡੇ ਵੱਲੋਂ ਕੋਈ ਬਣਾਈਆਂ ਹੋਈਆਂ ਕੋਈ ਲਿਫਾਫੇਬਾਜ਼ੀ ਵਾਲੀਆਂ ਗੱਲਾਂ ਨਹੀਂ ਗੀਆਂ। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਹੁਣ ਜਦੋਂ ਇਸੇ ਘਟਨਾ ਨੂੰ, ਜਿਵੇਂ ਤੁਸੀਂ ਕਿਹਾ ਕਿ ਜਿਹੜੀ ਇੱਕ ਇਨਕਲਾਬੀ ਸੋਚ ਹੈ ਉਹ ਪ੍ਰਫੁੱਲਤ ਹੁੰਦੀ ਹੈ, ਕੋਈ ਕਾਰਨ ਬਣਦਾ ਹੈ, ਉਹਦੇ ਵਿੱਚੋਂ ਇਹ ਸ਼ਹਾਦਤਾਂ ਦਾ ਜਿਹੜਾ ਇਤਿਹਾਸ ਜਨਮਿਆ ਅਤੇ ਇੱਥੋਂ ਗਦਰੀ ਕੈਨੇਡਾ ਤੋਂ ਗਏ ਜਿਨ੍ਹਾਂ ਨੇ ਜਾ ਕੇ ਸ਼ਹੀਦੀਆਂ ਪਾਈਆਂ, ਜਿਨ੍ਹਾਂ ਨੇ ਇਸ ਲਹਿਰ ਦੇ ਵਿੱਚ ਆਪਣਾ ਰੋਲ ਅਦਾ ਕੀਤਾ। ਪਰ ਅੱਜ ਜਦੋਂ ਅਸੀਂ 1914 ਤੋਂ 2022 ਤੱਕ ਦੇ ਸਫ਼ਰ ਨੂੰ ਦੇਖਦੇ ਹਾਂ, ਅੱਜ ਕਹਿਣ ਨੂੰ ਤਾਂ ਭਾਰਤ ਦੇ ਵਿੱਚ ਮੌਜੂਦਾ ਸਮੇਂ ਆਪਣੀ ਸਰਕਾਰ ਹੈ, ਜਿਹੜੇ ਅੰਗਰੇਜ਼ ਜਾ ਚੁੱਕੇ ਨੇ, ਪਰ ਅੱਜ ਦੇ ਕਾਲੇ ਅੰਗਰੇਜ਼ ਕੀ ਕਰ ਰਹੇ ਨੇ? ਕੀ ਉਹ ਉਹਨਾਂ ਮਹਾਨ ਯੋਧਿਆਂ ਜਿਨ੍ਹਾਂ ਨੇ ਏਡੇ ਕਾਲੇ ਕਾਨੂੰਨਾਂ ਨੂੰ ਚੁਣੌਤੀ ਦਿੱਤੀ, ਉਹਨਾਂ ਤੋਂ ਸਬਕ ਸਿੱਖ ਕੇ ਅਜਿਹੇ ਕਾਲੇ ਕਾਨੂੰਨਾਂ ਦੇ ਖਿਲਾਫ ਨੇ, ਜਾਂ ਫਿਰ ਐਸੇ ਕਾਲੇ ਕਾਨੂੰਨ ਕਿਸੇ ਨਾ ਕਿਸੇ ਰੂਪ ਦੇ ਵਿੱਚ, ਚਾਹੇ ਉਹ CA ਦਾ ਕਾਨੂੰਨ ਹੈ ਜਾਂ ਕਿਸਾਨ ਵਿਰੋਧੀ ਕਦਮ ਨੇ, ਜਾਂ ਫਿਰ ਇਸੇ ਤਰੀਕੇ ਨਾਲ ਕਈ ਧਾਰਾਵਾਂ ਨੇ, ਜਾਂ ਜਿਨ੍ਹਾਂ ਦੇ ਅਨੁਸਾਰ ਦੇਸ਼ ਭਗਤਾਂ ਜਾਂ ਜਿਹੜੇ ਮੌਜੂਦਾ ਸਮੇਂ ਜੁਝਾਰੂ ਨੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਗਿਆ। ਕੀ ਉਸ ਨੂੰ ਅੱਜ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਨੂੰ ਰਤਾ ਭਰਕ ਵੀ ਫਰਕ ਮਹਿਸੂਸ ਹੁੰਦਾ ਕਿ ਅੱਜ ਦੇ ਸੋ ਕਾਲਡ ਜਿਹੜੇ ਇਹ ਫਾਸ਼ੀਵਾਦੀ ਨੇ, ਇਹਨਾਂ ਨੇ ਉਸ ਆਜ਼ਾਦੀ ਦੀ ਲਹਿਰ ਦੇ ਯੋਧਿਆਂ ਨੂੰ ਪਿੱਠ ਦਿੱਤੀ ਹੈ ਜਾਂ ਨਹੀਂ, ਜਾਂ ਇੱਥੇ ਬੈਠੇ ਉਹਨਾਂ ਦੇ ਜਿਹੜੇ ਦੁਮਛੱਲੇ ਨੇ ਉਹਨਾਂ ਨੇ ਕੀ ਪਹੁੰਚ ਰੱਖੀ ਹੈ। ਸੋ ਜਦੋਂ ਇੱਕ ਪਾਸੇ ਅਸੀਂ ਉਸ ਜਹਾਜ਼ ਦੇ ਸ਼ਹੀਦੀ ਕਾਂਡ ਦੀ ਯਾਦ ਮਨਾ ਰਹੇ ਹਾਂ, ਉਦੋਂ ਅਸੀਂ ਇਹ ਅੱਜ ਦੇ ਸਮੇਂ ਦੇ ਸਾਡੇ ਦੇਸ਼ ਦੇ ਜਿਹੜੇ ਸੋ ਕਾਲਡ ਜਿਹੜੇ ਰਹਿਬਰ ਨੇ ਜਾਂ ਸੱਤਾ ਦੇ ਕਾਬਜ਼ ਨੇ, ਉਹਨਾਂ ਦੀ ਗੱਲ, ਜਿਨ੍ਹਾਂ ਕਾਨੂੰਨਾਂ ਦੇ ਖਿਲਾਫ ਇਹ ਯੋਧੇ ਲੜੇ ਸੀ, ਉਹਨਾਂ ਦੀ ਗੱਲ ਇੱਕ ਮੰਚ ਤੇ ਪਲੇਟਫਾਰਮ 'ਤੇ ਕਰੀਏ ਤਾਂ ਫਿਰ ਜੋ ਨਿਤਾਰਾ ਹੁੰਦਾ ਉਹ ਕੀ ਹੈ? ਦੇਖੋ ਗੱਲ ਇਸ ਤਰ੍ਹਾਂ ਕਿ ਜਿਹੜਾ ਗਦਰੀ ਬਾਬੇ ਮੂਲ ਰੂਪ 'ਚ ਪੰਜਾਬ ਤੋਂ ਆਏ ਸੀਗੇ ਜੀ,
ਜੇ ਆਪਾਂ ਪੰਜਾਬ ਤੋਂ ਵੀ ਗੱਲ ਕਰ ਲਈਏ, ਸਾਡੇ ਵਿੱਚ ਵੀ ਕੁਝ ਇਹੋ ਜਿਹੇ ਬੁਨਿਆਦ ਪ੍ਰਸਤ ਅਨਸਰ ਬੈਠੇ ਆ ਜਿਨ੍ਹਾਂ ਨੂੰ ਇਸ ਗੱਲ ਦੀ ਬੜੀ ਘਿਰਨਾ ਕਿ ਬਾਹਰੋਂ ਯੂਪੀ ਬਿਹਾਰ ਤੋਂ ਪ੍ਰਵਾਸੀ ਕਿਉਂ ਆ ਰਹੇ ਨੇ। ਉਹ ਸੋਚ ਵੀ ਜਿਹੜੀ ਉਹ ਠੀਕ ਨਹੀਂ ਹੈ। ਔਰ ਉਹੋ ਜਿਹੀ ਸੋਚ ਸ਼ਿਵ ਸੈਨਾ ਵਿੱਚ ਵੀ ਰਹੀ, ਮਹਾਰਾਸ਼ਟਰ 'ਚ ਯੂਪੀ ਬਿਹਾਰ ਤੋਂ ਲੋਕ ਕਿਉਂ ਆ ਰਹੇ, ਜਿਹੜੀ ਇਹ ਤਾਂ ਹੋਈ ਗੱਲ ਉਹਨਾਂ ਲੋਕਾਂ ਦੀ ਜਿਹੜੇ ਤੁਹਾਡੇ ਹੀ ਦੇਸ਼ ਦੇ ਵਸਿੰਦੇ ਨੇ, ਰੋਜ਼ੀ ਰੋਟੀ ਦੀ ਖਾਤਰ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਉੱਠ ਕੇ ਜਾ ਰਹੇ ਆ। ਹਾਂਜੀ, ਜਿਹੜਾ ਇਸ ਤਰ੍ਹਾਂ ਉਲਾਰ ਹੋ ਕੇ ਉਹਨਾਂ ਦਾ ਵਿਰੋਧ ਕਰਨਾ, ਇਹ ਵੈਸੇ ਹੀ ਗੱਲ ਤਾਂ ਇਹ ਉਹਨਾਂ ਦੀ ਸੋਚ ਤੋਂ ਉਲਟਾ। ਇਹ ਤਾਂ ਹੋਈ ਗੱਲ ਜਿਹੜੀ ਹਿੰਦੁਸਤਾਨ ਦੇ ਅੰਦਰ ਦੀ ਮੈਂ ਗੱਲ ਕਰ ਰਿਹਾ ਜੀ। ਫਿਰ ਅਗਲੀ ਗੱਲ ਕਰਦੇ ਕਿ ਜਿਹੜੇ ਬਾਹਰੋਂ ਜਿਹੜੇ ਪ੍ਰਵਾਸੀ ਆਏ ਨੇ ਸਮੇਂ ਤੇ, ਜਿਹੜੇ ਹੁਣ ਬੰਗਲਾਦੇਸ਼ ਤੋਂ ਜਿਹੜੇ ਜਾਂ ਕਈ ਵੀ ਮਜਬੂਰੀਆਂ ਵਸ ਜਿਹੜੇ ਅਸਮ ਵਿੱਚ ਆਏ, ਇੱਧਰ ਆਏ, ਉਹਨਾਂ ਦੇ ਖਿਲਾਫ ਕਿੰਨੀ ਹਿੰਸਾ ਹੋਈ ਉੱਥੇ। ਫਿਰ ਉਸਨੇ ਹਿੰਸਾ ਨੇ ਫਿਰਕੂ ਰੂਪ ਧਾਰਨ ਕਰ ਲਿਆ, ਫਿਰ ਤਾਂ ਚੁਣ ਚੁਣ ਕੇ ਮੁਸਲਮਾਨਾਂ ਦਾ ਸ਼ਿਕਾਰ ਖੇਡਿਆ ਗਿਆ। ਅੱਜ ਉਹ ਇਸ ਤਰ੍ਹਾਂ ਦੀ ਗੱਲ ਕਰਨ ਵਾਲੀ ਜਿਹੜੀ ਬੀਜੇਪੀ ਸੱਤਾ 'ਚ ਬਿਰਾਜਮਾਨ ਹੈ, ਮੂੰਹ ਪਾੜ ਕੇ ਉਹਨਾਂ ਦੇ ਖਿਲਾਫ ਜ਼ਹਿਰ ਉਗਲਿਆ ਜਾ ਰਿਹਾ। ਇੱਕੋ ਹੀ ਨੈਰੇਟਿਵ ਫੜਿਆ ਕਿ ਜੀ ਘੁਸਪੈਠੀਏ ਆ ਗਏ। ਹੁਣ ਕਈ ਰੋਜ਼ੀ ਰੋਟੀ ਦੀ ਖਾਤਰ ਮਜਬੂਰੀ ਕਾਰਨ, ਮੌਸਮਾਂ ਦੀ ਖਰਾਬੀ ਕਾਰਨ ਇੱਧਰੋਂ ਉੱਧਰੋਂ ਚਲੇ ਵੀ ਗਏ। ਇੱਕ ਤੁਹਾਡਾ ਤੁਸੀਂ ਤਾਂ ਕਹਿੰਦੇ ਹੋ ਕਿ ਸਾਡੀ ਤਾਂ ਪੁਰਾਣੀ ਸੱਭਿਅਤਾ ਤਾਂ ਕਹਿੰਦੀ ਵਾਸੂਦੈਵ ਕੁਟੁੰਬਕਮ, ਅਸੀਂ ਸਭ ਨੂੰ ਕਲਾਵੇ 'ਚ ਲੈਂਦੇ ਹਾਂ। ਆਹ ਤੁਹਾਡੇ ਲੱਛਣ ਨੇ, ਤੁਸੀਂ ਹਿੰਦੂਤਵਾ ਦੇ ਨਾਂ 'ਤੇ ਸਰਕਾਰ ਚਲਾ ਰਹੇ ਹੋ ਉੱਥੇ। ਔਰ ਰਹਿੰਦ ਖੂਨ ਕੱਢਤੀ ਇਹਨਾਂ ਨੇ ਸੀਏ ਵਰਗਾ ਕਾਨੂੰਨ ਲਿਆ ਕੇ। ਹੁਣ ਜਿਹੜਾ ਸਿੱਧੇ ਸਫ਼ਰ ਦਾ ਕਾਨੂੰਨ ਸੀ, ਜਿਸ ਉਦੇਸ਼ ਨਾਲ ਲਾਗੂ ਕੀਤਾ ਗਿਆ, ਜਿਸ ਮਨਸ਼ਾ ਦੇ ਨਾਲ ਸਿੱਧੇ ਤੌਰ 'ਤੇ ਕਿ ਹਿੰਦੁਸਤਾਨੀ ਮੂਲ ਦੇ ਲੋਕਾਂ ਨੂੰ ਉਸੇ ਨਹੀਂ ਆਉਣ ਦੇਣਾ, ਬਿਲਕੁਲ। ਪਰ ਦਿਲਚਸਪ ਗੱਲ ਇਹ ਕਿ ਉਸ ਕਾਨੂੰਨ ਵਿੱਚ ਇਹੋ ਜਿਹੇ ਕੋਈ ਕਥਨ ਨਹੀਂ ਇਸਤੇਮਾਲ ਕੀਤੇ ਗਏ। ਉਸ ਦੇ ਉਲਟ ਸੀਏ ਵਰਗਾ ਕਾਨੂੰਨ 'ਚ ਸਿੱਧੇ ਤੌਰ 'ਤੇ ਕਿਹਾ ਜਾ ਰਿਹਾ ਕਿ ਜਿਹੜੇ ਆਹ ਮੁਸਲਮਾਨੀ ਦੇਸ਼ ਸਾਡੇ ਆਲੇ ਦੁਆਲੇ ਨੇ, ਉੱਥੋਂ ਸਿਰਫ ਆਹ ਫਿਰਕਿਆਂ ਦੇ ਲੋਕ ਆ ਸਕਦੇ ਆ। ਯਾਨੀ ਕਿ ਇੱਕ ਫਿਰਕੇ ਨੂੰ ਨਿਸ਼ਾਨਾ ਬਣਾ ਕੇ ਬਾਹਰ ਕੱਢ ਦਿੱਤਾ ਗਿਆ। ਇਸ ਤੋਂ ਵੱਡੀ ਬੇਸ਼ਰਮੀ ਕਿਹੜੀ ਹੋਏਗੀ। ਸੋ ਇਸ ਸਰਕਾਰ ਨੇ ਕਾਮਾਗਾਟਾ ਮਾਰੂ ਦੇ ਕਾਨੂੰਨ ਜਿਹੜੀ ਇਤਿਹਾਸ ਦਾ ਦੁਹਰਾਓ ਕੀਤਾ, ਸੀਏ ਵਰਗਾ ਕਾਨੂੰਨ ਲਿਆ ਕੇ, ਸਿਰਫ ਤੋਂ ਸਿਰਫ ਮੁਸਲਮਾਨ ਭਾਈਚਾਰੇ ਨੂੰ ਨਿਸ਼ਾਨੇ 'ਤੇ ਰੱਖਣ ਲਈ। ਔਰ ਸ਼ਰਮ ਦੀ ਗੱਲ ਕਿ ਜਿਹੜੀ ਸੰਸਥਾ ਇੱਥੇ ਜਿਸ ਦਾ ਬੂਟਾ ਉਹਨਾਂ ਨੇ ਲੋਕਾਂ ਨੇ ਲਾਇਆ, ਜਿਨ੍ਹਾਂ ਨੇ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਦੀ ਬਾਂਹ ਫੜੀ ਹੈ, ਸ਼ੋਰ ਕਮੇਟੀ ਬਣਾਈ ਹੈ, ਗਦਰ ਇਤਿਹਾਸ ਨਾਲ ਜੁੜੇ ਰਹੇ ਨੇ, ਉਹ ਸੰਸਥਾ ਦਾ ਬੂਟਾ ਜਿਹਨਾਂ ਲੋਕਾਂ ਲਾਇਆ, ਅੱਜ ਉਹ ਸੰਸਥਾ ਦੇ ਬਿਰਾਜਮਾਨ ਲੋਕ ਸਰਕਾਰ ਦੇ ਉਸ ਵਿਵਾਦਿਤ ਕਾਨੂੰਨ ਦੀ ਸਪੋਰਟ ਕਰ ਰਹੇ ਨੇ। ਜਦੋਂ ਉਸ ਕਾਨੂੰਨ ਦੇ ਖਿਲਾਫ ਵੈਨਕੂਵਰ ਦੀ ਸਿਟੀ ਕੌਂਸਲ ਵਿੱਚ ਮਤਾ ਲਿਆਇਆ ਗਿਆ, ਇਹਨਾਂ ਲੋਕਾਂ ਨੇ ਨਿੱਠ ਕੇ ਉਸ ਮਤੇ ਦਾ ਵਿਰੋਧ ਕੀਤਾ, ਜਿਹੜੇ ਮੋਦੀ ਸਰਕਾਰ ਦੇ ਹੱਥ ਠੋਕੇ ਨੇ। ਔਰ ਆਸ ਵੀ ਕੀਤੀ ਜਾ ਸਕਦੀ ਹੈ, ਜਿਹਨਾਂ ਨੂੰ ਇੰਨੀ ਸ਼ਰਮ ਹੀ ਹੈ ਨਹੀਂ, ਜਦੋਂ ਮੋਦੀ ਇੱਥੇ ਆਇਆ ਤਾਂ ਬੇਸ਼ਰਮ ਹੋ ਕੇ ਉਹਦੇ ਮੂਹਰੇ ਹੋ ਕੇ ਸਵਾਗਤ ਕਰਦੇ ਫਿਰਦੇ ਸੀਗੇ। ਔਰ ਲੜਾਈ ਇਸ ਗੱਲ ਦੀ ਨਹੀਂ ਗੁਰਦੁਆਰੇ 'ਚ ਹੋਈ ਕਿ ਉਸ ਦਾ ਵਿਰੋਧ ਕਰਨਾ ਜਾਂ ਕਿਵੇਂ ਕਰਨਾ। ਇਸ ਗੱਲ ਦੀ ਕੰਪੀਟੀਸ਼ਨ ਜ਼ਰੂਰ ਸੀਗਾ ਕਿ ਕਿਹੜਾ ਮੂਹਰੇ ਹੋ ਕੇ ਮੋਦੀ ਜੀ ਨੂੰ ਸਵਾਗਤ ਕਰੂਗਾ। ਮਤਲਬ ਐਡੀ ਬੇਸ਼ਰਮੀ। ਸੋ ਸੀਏ ਵਰਗਾ ਕਾਨੂੰਨ ਜਿਹੜਾ ਸਿੱਧੇ ਤੌਰ 'ਤੇ ਮੈਂ ਕਹੂੰਗਾ ਕਾਮਾਗਾਟਾ ਮਾਰੂ ਜਿਨ੍ਹਾਂ ਕਾਨੂੰਨਾਂ ਦੀ ਬਦੌਲਤ ਉੱਥੋਂ ਮੋੜਿਆ ਗਿਆ, ਉਹਨਾਂ ਕਾਨੂੰਨਾਂ ਦਾ ਬਹੁਤ ਹੀ ਭੈੜਾ ਦੁਹਰਾਓ ਆ। ਬਿਲਕੁਲ ਜੀ। ਜਦੋਂ ਇਸ ਕਾਨੂੰਨ ਦੀ ਗੱਲ ਵੀ ਅਸੀਂ ਕਰਦੇ ਹਾਂ ਅਤੇ ਜਦੋਂ ਸਾਹਮਣੇ ਰੱਖ ਕੇ ਦੋਨੇ ਗੱਲਾਂ ਨੂੰ ਦੇਖਦੇ ਹਾਂ ਤਾਂ ਇਹ ਹੈ ਕਿ ਇੱਕ 1914 ਦੀ ਗੱਲ ਅਤੇ ਇੱਕ 2019-20 ਦੀ ਗੱਲ। ਦੇਖੋ, ਇੱਕ ਸਦੀ ਤੋਂ ਵੱਧ ਸਮੇਂ ਦੇ ਬਾਅਦ ਜਿਨ੍ਹਾਂ ਨੇ ਗੁਲਾਮੀ ਹੰਢਾਈ, ਉਹ ਆਪ ਖੁਦ ਕੀ ਕਰ ਰਹੇ ਨੇ। ਕਹਿੰਦੇ ਆ ਕਿ ਜਿਹੜਾ ਪੀੜਤ ਹੁੰਦਾ ਮੁੜ ਕੇ ਉਹ ਦੂਸਰਿਆਂ ਨੂੰ ਪੀੜਾ ਨਹੀਂ ਦਿੰਦਾ, ਪਰ ਇੱਥੇ ਕੰਮ ਉਲਟ ਹੈ। ਇੱਥੇ ਆਉਂ ਕਿ ਜਿਨ੍ਹਾਂ ਦੇ ਹੱਥ 'ਚ ਤਾਕਤ ਆਈ ਹੈ, ਉਹ ਸਾਮ ਦਾਮ ਦੰਡ ਭੇਦ ਨੀਤੀਆਂ ਅਖਤਿਆਰ ਕਰਕੇ ਉਹ ਸਾਰਾ ਕੁਝ ਕਰ ਰਹੇ ਨੇ, ਪਰ ਬੋਲਣਾ ਕਿਹਨੇ ਹੈ। ਉਸ ਵੇਲੇ ਜੇਲ੍ਹਾਂ 'ਚ ਭਾਈ ਗੁਰਦਿੱਤ ਸਿੰਘ ਵਰਗੇ ਦਿੱਤੇ ਗਏ, ਅੱਜ ਜੇਲ੍ਹਾਂ ਦੇ ਵਿੱਚ ਉਹ ਲੋਕ ਨੇ ਜਿਹੜੇ ਮਨੁੱਖੀ ਹੱਕਾਂ ਲਈ ਲੜ ਰਹੇ ਨੇ, ਚਾਹੇ ਆਨੰਦ ਤੇਲ ਤੁੰਬੜੇ ਵਰਗੇ ਨੇ, ਚਾਹੇ ਗੌਤਮ ਨਵਲਖਾ ਵਰਗੇ ਨੇ, ਪ੍ਰੋਫੈਸਰ ਬਾਰਬਰਾ ਰਾਓ ਵਰਗੇ ਨੇ, ਜੀ.ਐਨ. ਸਾਈ ਬਾਬਾ ਵਰਗੇ ਨੇ, ਜੱਗੀ ਜੌਲ ਵਰਗੇ ਨੌਜਵਾਨ ਨੇ, ਪੰਜਾਬ ਤੋਂ ਹੋਰ ਬਹੁਤ ਸਾਰੇ ਨੌਜਵਾਨ, ਜਾਂ ਇਸੇ ਤਰੀਕੇ ਨਾਲ ਭਾਰਤ ਦੇ ਬਾਕੀ ਸੂਬਿਆਂ ਦੇ ਵਿੱਚੋਂ ਲੋਕ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਨੇ। ਅਸੀਂ ਜੇ ਕਾਮਾਗਾਟਾ ਮਾਰੂ ਦਾ ਦਿਨ ਮਨਾਉਣਾ ਹੈ ਜਾਂ ਉਹਨਾਂ ਮੁਸਾਫਰਾਂ ਦੀ ਯਾਤਰਾ ਨੂੰ ਯਾਦ ਕਰਨਾ ਹੈ, ਤਾਂ ਫਿਰ ਨਾਲ ਬਰਾਬਰ ਇਹਨਾਂ ਨੂੰ ਵੀ ਚੇਤੇ ਕਰਨਾ ਹੋਏਗਾ ਕਿ ਅੱਜ ਅਸੀਂ ਉਹਨਾਂ ਦੇ ਵਾਰਸ ਜੇ ਅਖਵਾਉਣੇ ਆ, ਕੀ ਕਰ ਰਹੇ ਹਾਂ, ਕਿ ਅਸੀਂ ਬੋਲ ਰਹੇ ਹਾਂ, ਕਿ ਜਾਗਰੂਕ ਹੋ ਰਹੇ ਹਾਂ, ਕਿ ਗੱਲਬਾਤ ਉਸ 'ਤੇ ਜ਼ਿਕਰ ਕਰ ਰਹੇ ਹਾਂ। ਇਤਿਹਾਸ ਦੀ ਮੀਡੀਆ ਗੱਲ ਕਰੇ ਅਤੇ ਅੱਜ ਦੇ ਪ੍ਰਸੰਗ ਦੇ ਵਿੱਚ ਗੱਲ ਕਰੇ। ਸੋ ਜਿਸ ਤਰੀਕੇ ਨਾਲ ਇਹ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੀ ਜ਼ੁਲਮੀ ਗਾਥਾ ਭਾਈ ਗੁਰਦਿੱਤ ਸਿੰਘ ਸਰਹਾਲੀ ਜਿਨ੍ਹਾਂ ਨੇ ਇਹ ਲਿਖੀ ਹੈ, ਉਸ ਨੂੰ ਜਿੱਥੇ ਪੜ੍ਹਨ ਦੀ ਜ਼ਰੂਰਤ ਹੈ, ਉੱਥੇ ਨਾਲ ਇਹ ਵੀ ਲੋੜ ਹੈ ਕਿ ਅਸੀਂ ਚੇਤਨਾ ਪੱਧਰ 'ਤੇ ਆਪਣੀਆਂ ਜਨਰੇਸ਼ਨ ਨੂੰ ਵੀ ਦੱਸੀਏ ਕਿ ਕੈਨੇਡਾ ਵਿੱਚ ਨਸਲਵਾਦ ਦਾ ਜਿਹੜਾ ਸਫ਼ਰ ਹੈ, ਉਹ ਸ਼ੁਰੂ ਕਰਨ ਵਾਲੇ, ਨਸਲਵਾਦ ਦਾ ਵਿਰੋਧ ਕਰਨ ਵਾਲਿਆਂ 'ਚੋਂ ਮੋਢੀ ਸਾਡੇ ਬਜ਼ੁਰਗ ਸਨ। ਮਾਣ ਵਾਲੀ ਗੱਲ ਹੈ ਕਿ ਇਹ ਜਿਹੜਾ ਮਹੀਨਾ ਅਪ੍ਰੈਲ ਦਾ, ਇਹਨੂੰ ਸਿੱਖ ਹੈਰੀਟੇਜ ਮੰਥ ਅਸੀਂ ਕਹਿੰਦੇ ਹਾਂ, ਵਿਰਾਸਤੀ ਮਹੀਨਾ। ਇਸ ਵਿਰਾਸਤੀ ਮਹੀਨੇ 'ਚ ਅਸੀਂ ਦੱਸੀਏ ਕਿ ਕੈਨੇਡਾ ਲਈ ਅਸੀਂ ਕੀ ਯੋਗਦਾਨ ਪਾਇਆ ਅਤੇ ਕੈਨੇਡਾ ਦੇ ਇਤਿਹਾਸ ਨੂੰ ਜਿਹੜਾ ਗੰਧਲਾ ਹੋਇਆ ਸੀ, ਕਿਸ ਤਰੀਕੇ ਨਾਲ ਉਹ ਸੁਰਖਰੂ ਕੀਤਾ ਜਾਂ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ। ਇਹ ਇਤਿਹਾਸ ਗੁਰਪ੍ਰੀਤ ਸਿੰਘ ਜੀ, ਜਦੋਂ ਇਸ ਵਿਰਾਸਤੀ ਮਹੀਨੇ ਦੇ ਤੌਰ 'ਤੇ ਅਸੀਂ ਇਹਨੂੰ ਯਾਦ ਕਰਦੇ ਹਾਂ
ਤੇ ਅਸੀਂ ਦੇਖਦੇ ਹਾਂ ਕਿ ਆਹ ਦੇਣਾ ਸਾਡੇ ਬਜ਼ੁਰਗਾਂ ਦੀਆਂ ਨਸਲਵਾਦ ਦੇ ਖਿਲਾਫ ਰਹੀਆਂ। ਇਹ ਕੈਨੇਡਾ ਦੇ ਮਾੜੇ ਪੱਖ ਨੂੰ ਠੀਕ ਕਰਨ ਲਈ, ਸੁਧਾਰਨ ਲਈ ਉਹਨਾਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਹੈ। ਮੈਨੂੰ ਲੱਗਦਾ ਕਿ ਇਸ ਵਿਰਾਸਤ ਨੂੰ ਜਿਹੜਾ ਹੈ ਉਸ ਨੂੰ ਪ੍ਰਚਾਰਨਾ ਬੜਾ ਜ਼ਰੂਰੀ ਹੈ। ਦੇਖੋ, ਸਿੱਖ ਹੈਰੀਟੇਜ ਮੰਥ ਦੇ ਬਹਾਨੇ ਜਿਹੜੀ ਗੱਲ ਸਮਝਣ ਵਾਲੀ ਹੈ, ਇੱਕ ਜਿਹੜਾ ਮੌਕਾ ਮੇਲ ਕਹਿ ਲਓ ਕਿ ਵਿਸਾਖੀ ਦੇ ਕਰਕੇ ਸਿੱਖ ਹੈਰੀਟੇਜ ਮੰਥ ਅਪ੍ਰੈਲ ਨੂੰ ਐਲਾਨਿਆ ਗਿਆ ਜੀ। ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ, ਇਸੇ ਉਦੇਸ਼ ਨਾਲ ਸਾਜਿਆ ਸੀ ਨਾ ਕਿ ਵੀ ਜ਼ੁਲਮ ਦੇ ਖਿਲਾਫ ਇੱਕ ਮੈਂ ਫੌਜ ਖੜੀ ਕਰਨੀ ਜੀ। ਔਰ ਉਹ ਦੋ ਧਿਰਾਂ ਜ਼ੁਲਮ ਸੀ ਜਿਸ ਦੇ ਖਿਲਾਫ ਫੌਜ ਖੜੀ ਹੋਈ। ਇੱਕ ਤਾਂ ਜਿਹੜਾ ਦਿੱਲੀ ਤਖਤ 'ਤੇ ਜਿਹੜੇ ਲੋਕ ਵਿਰਾਜਮਾਨ ਸੀਗੇ, ਜਿਸ ਤਰੀਕੇ ਦਾ ਜ਼ੁਲਮ ਕਰ ਰਹੇ ਸੀ ਉਸ ਦੇ ਖਿਲਾਫ, ਯਾਨੀ ਕਿ ਸਟੇਟ ਦੇ ਖਿਲਾਫ। ਦੂਜਾ ਇੰਟਰਨਲੀ ਜਿਹੜਾ ਜ਼ੁਲਮ ਚੱਲ ਰਿਹਾ ਸੀਗਾ ਜ਼ਾਤ ਪਾਤ ਦੇ ਰੂਪ ਦੇ ਵਿੱਚ, ਕੁਛ ਜ਼ਾਤਾਂ ਨੂੰ, ਸ਼੍ਰੇਣੀ ਨੂੰ ਦਬਾਇਆ ਜਾ ਰਿਹਾ ਸੀ, ਕੁਚਲਿਆ ਜਾ ਰਿਹਾ ਸੀ। ਉਹਨਾਂ ਦੇ ਮਨ 'ਚ ਵੀ ਆਤਮ ਵਿਸ਼ਵਾਸ ਪੈਦਾ ਕੀਤਾ ਗਿਆ। ਇੱਕੋ ਬਾਟੇ ਤੋਂ ਜਦੋਂ ਆਪਣਾ ਪੌਲ ਛਕਾਈ ਗਈ ਸਭ ਨੂੰ, ਤਾਂ ਇੱਕ ਜਜ਼ਬਾ ਪੈਦਾ ਕੀਤਾ ਗਿਆ ਏਕੇ ਦਾ। ਸੋ ਉਸ ਨਾਤੇ ਅਸੀਂ ਇਹ ਵੇਖੀਏ ਕਿ ਉਹਦਾ ਮਤਲਬ ਕੀ ਹੈ। ਜੇ ਆਪਾਂ ਸਿੱਖ ਹੈਰੀਟੇਜ ਮੰਥ 'ਤੇ ਮਨਾ ਰਹੇ ਹਾਂ, ਸਾਡੇ ਕਈ ਸਿਆਸਤਦਾਨ ਸਿੱਖ ਹੈਰੀਟੇਜ ਮੰਥ ਦੇ ਮੌਕੇ 'ਤੇ ਇਸ ਟਾਈਮ ਵਧਾਈਆਂ ਦਿੰਦੇ ਫਿਰਦੇ ਆ, ਬੜੀ ਖੁਸ਼ੀ ਦੀ ਗੱਲ ਆ। ਜੇ ਐਡਾ ਹੀ ਉਹਨਾਂ ਨੂੰ ਚਾਅ ਚੜ੍ਹਿਆ ਤਾਂ ਫਿਰ ਬਾਬੇ ਨਾਨਕ ਦੀ ਸੇਧ ਅਨੁਸਾਰ ਜੋ ਜ਼ੁਲਮੋ ਸਿਤਮ ਉੱਥੇ ਹੋ ਰਿਹਾ ਉਸ ਦੇ ਖਿਲਾਫ ਬੋਲੋ। ਬਿਲਕੁਲ, ਉਦੋਂ ਉਹਨਾਂ ਨੂੰ ਪਿੱਛੂ ਪੈ ਜਾਂਦੇ ਆ। ਹਾਂ, ਚੀਨ 'ਚ ਕੀ ਹੋ ਰਿਹਾ ਉਹ ਨਜ਼ਰ ਆ ਰਿਹਾ, ਉਸ ਲਈ ਖਾਸ ਦੂਰਬੀਨ ਉਹਨਾਂ ਦੇ ਕੋਲ। ਅਫਗਾਨਿਸਤਾਨ ਵਾਸਤੇ ਵੀ ਬੜੀ ਵਿਸ਼ੇਸ਼ ਦੂਰਬੀਨ ਆਪਣੀ ਜੇਬਾਂ 'ਚ ਰੱਖੀ ਬੈਠੇ। ਪਾਕਿਸਤਾਨ ਬਾਰੇ ਵੀ ਸਾਰਾ ਪਤਾ, ਬੜਾ ਗਿਆਨ, ਕੋਈ ਲੋੜ ਹੀ ਨਹੀਂ ਦੱਸਣ ਦੀ। ਯੂਕਰੇਨ ਬਾਰੇ ਬੜੀ ਫਿਕਰਮੰਦੀ ਹੈ ਉਹਨਾਂ ਨੂੰ ਕਿ ਯੂਕਰੇਨ 'ਚ ਆਹ ਹੋ ਰਿਹਾ, ਵਾਹ ਹੋ ਰਿਹਾ। ਪਰ ਜਦੋਂ ਭਾਰਤ ਦੀ ਗੱਲ ਆਉਂਦੀ ਤਾਂ ਸਾਡੇ ਖਾਸ ਤੌਰ 'ਤੇ ਦੇਸੀ ਸਿਆਸਤਦਾਨ, ਉਹ ਵੀ ਸਿੱਖੀ ਪਿਛੋਕੜ ਵਾਲੇ, ਜਿਹੜੇ ਸਿੱਖ ਹੈਰੀਟੇਜ ਮੰਥ ਬੜੀ ਅੱਡੀਆਂ ਚੁੱਕ ਕੇ ਮਨਾ ਰਹੇ, ਉਹਨਾਂ ਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਦੇ ਵਿੱਚ ਬਾਬਰ ਨੂੰ ਜਾਬਰ ਕਿਹਾ ਸੀ, ਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਚੁੱਕੀ ਹੈ। ਅੱਜ ਜ਼ੁਲਮ ਹੋ ਰਿਹਾ ਉੱਥੇ ਮੋਦੀ ਹਕੂਮਤ ਥੱਲੇ, ਮੋਦੀ ਤੇ ਉਸਦੇ ਗੁਮਾਸ਼ 'ਤੇ ਸ਼ਰੇਆਮ ਸਿੱਖੀ ਨੂੰ ਉਧਾਲੀ ਬੈਠੇ ਨੇ, ਅਤੇ ਇਹਨਾਂ ਦੇ ਮੂੰਹ 'ਤੇ ਘੁੰਗਣੀਆਂ ਪਈਆਂ ਹੋਈਆਂ। ਫਿਰ ਸਿੱਖ ਹੈਰੀਟੇਜ ਮੰਥ ਮਨਾਉਣ ਦਾ ਫਾਇਦਾ ਕੀ ਹੋਇਆ? ਫਿਰ ਤਾਂ ਉੱਦਾਂ ਹੀ ਹੈ ਜਿਵੇਂ ਕ੍ਰਿਸਮਸ ਆਈ, ਕ੍ਰਿਸਮਸ ਦੀ ਵਧਾਈ ਦੇਤੀ, ਦੀਵਾਲੀ ਆਈ ਉਹਦੀ ਵਧਾਈ ਦੇਤੀ, ਬਸ ਠੀਕ ਹੈ, ਗੱਲ ਆਈ ਗਈ ਹੋਗੀ। ਫਿਰ ਉਹਦਾ ਮਤਲਬ ਕੀ ਉਸ ਚੀਜ਼ ਦਾ? ਨਾਲੇ ਜੇ ਸਿੱਖ ਹੈਰੀਟੇਜ ਮੰਥ ਦੀ ਆਪਾਂ ਗੱਲ ਕਰਦੇ ਹਾਂ, ਸਿੱਖੀ ਨੂੰ ਤਾਂ ਤੁਸੀਂ ਪੋਲੀਟਿਕਸ ਤੋਂ ਵੱਖਰਾ ਕਰ ਹੀ ਨਹੀਂ ਸਕਦੇ। ਇਹ ਹਕੀਕਤ ਸਾਨੂੰ ਮੰਨਣੀ ਪੈਣੀ ਹੈ, ਖਾਸ ਤੌਰ 'ਤੇ ਖਾਲਸੇ ਦੀ ਵਿਸਾਖੀ ਦੇ ਨੁਕਤੇ ਤੋਂ ਮੈਂ ਗੱਲ ਕਹਿ ਰਿਹਾ। ਇਤਿਹਾਸ ਦੇ ਵਿੱਚ ਜਿਹੜੀ ਮੌਜੂਦਾ ਸਮੇਂ ਗੱਲ ਹੈ, ਇਸ ਨੁਕਤੇ 'ਤੇ ਜੇਕਰ ਦੇਖੀਏ ਤਾਂ ਇਹ ਵਿਸਾਖੀ ਦੇ ਬੇਸ਼ੱਕ ਨਗਰ ਕੀਰਤਨ ਜਾਂ ਹੋਰ ਇਸ ਤਰ੍ਹਾਂ ਦੇ ਕੋਵਿਡ ਦੇ ਕਾਰਨ ਪਿਛਲੇ ਸਮੇਂ ਤੋਂ ਨਹੀਂ ਹੋਏ, ਅਤੇ ਕਈ ਗੱਲਾਂ ਵਿਚਾਰਨ ਵਾਲੀਆਂ ਵੀ ਨੇ ਕਿ ਉਸ ਸੰਕਲਪ ਨੂੰ ਜਾਂ ਉਸ ਧਨ ਦੌਲਤ ਦਾ ਜਿਹੜਾ ਸਾਡਾ ਪਸਾਰਾ ਉਹਨਾਂ 'ਤੇ ਲੱਗਦਾ ਹੈ, ਜੇ ਮੌਕਾ ਮਿਲਿਆ ਇਸ ਵੇਲੇ ਨਹੀਂ ਅਜੋਜਤ ਹੋ ਰਹੇ ਤਾਂ ਉਸ ਨੂੰ ਇਸ ਪ੍ਰਚਾਰ ਲਈ ਵਰਤੋ। ਜਿਹੜੀਆਂ ਗੱਲਾਂ ਗੁਰੂ ਨਾਨਕ ਸਾਹਿਬ ਦੀਆਂ ਕਿ ਜੇਕਰ ਉਹਨਾਂ ਨੇ ਕਿਹਾ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ, ਜੇ ਨਸਲਵਾਦ ਦੇ ਖਿਲਾਫ, ਵਿਤਕਰੇ ਦੇ ਖਿਲਾਫ ਏਡੀ ਵੱਡੀ ਸਟੇਟਮੈਂਟ ਹੈ ਤਾਂ ਉਸ ਨੂੰ ਵਰਤ ਕੇ ਅਸੀਂ ਇਹ ਹੈਰੀਟੇਜ ਮੰਥ ਨੂੰ ਵਿਰਾਸਤੀ ਰੂਪ ਦੇਈਏ। ਜੇਕਰ ਗੁਰੂ ਸਾਹਿਬ ਨੇ ਕਿਹਾ ਪਾਪ ਕੀ ਜੰਜ ਲੈ ਕਾਬਲੂ ਧਾਇਆ ਜੋਰੀ ਮੰਗੇ ਦਾਨਵੇ ਲਾ ਲਓ, ਆਪਣੇ ਸਮੇਂ 'ਚ ਕਿਹਾ, ਅਤੇ ਅੱਜ ਦੇ ਪਾਪ ਦੀ ਜੰਜ ਵਾਲੇ ਜਿਹੜੇ ਹਨ ਇਹ ਸਾਡੀ ਵਿਰਾਸਤ ਹੈ ਬੋਲਣਾ, ਅਤੇ ਉਸ ਨੂੰ ਇਸਤੇਮਾਲ ਕਰੀਏ। ਜੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ ਵੋ ਦੇ ਰਾਹੀਂ ਇਹ ਅੰਮ੍ਰਿਤ ਛਕਾ ਕੇ ਸਾਰਿਆਂ ਨੂੰ ਇੱਕ ਬਾਟੇ ਛਕਾ ਕੇ ਰੰਗ ਨਸਲ ਅਤੇ ਫਿਰਕੇ ਲਿੰਗ ਸਾਰੇ ਵਿਤਕਰੇ ਖਤਮ ਕੀਤੇ, ਇਸ ਨੂੰ ਪ੍ਰਚਾਰੀਏ। ਸੋ ਜਿਹੜਾ ਪੈਸਾ ਨਗਰ ਕੀਰਤਨਾਂ ਜਾਂ ਇਕੱਤਰਤਾਵਾਂ ਉੱਥੇ ਲੱਖਾਂ ਡਾਲਰਾਂ ਦੇ ਵਿੱਚ ਲੱਗਦਾ ਹੈ, ਅੱਜ ਉਸ ਨੂੰ ਪ੍ਰਚਾਰ ਦੇ ਵਿੱਚ ਲਾਈਏ। ਕਈ ਵਾਰ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਜਿਹੜੀਆਂ ਆਪਣੀ ਪੀੜ੍ਹੀ, ਆਪਣੀ ਜਨਰੇਸ਼ਨ ਜਾਂ ਦੂਸਰੀਆਂ ਜਿਹੜੀਆਂ ਕੌਮਾਂ, ਉਹਨਾਂ ਤੱਕ ਉਹ ਪ੍ਰਚਾਰ ਦੇ ਲਈ ਉਹਨਾਂ ਪੈਸਾ ਨਹੀਂ ਖਰਚਦੇ। ਠੀਕ ਹੈ, ਸਾਡੇ ਵੱਖ-ਵੱਖ ਤਰ੍ਹਾਂ ਦੇ ਪਕਵਾਨ, ਸਾਡੇ ਭੋਜਨ ਸਟਾਲ, ਜਿਹੜਾ ਵੱਖ-ਵੱਖ ਤਰ੍ਹਾਂ ਦਾ, ਉਹ ਸਾਰਾ ਕੁਛ ਬਹੁਤ ਉਹ ਪਸੰਦ ਕਰਦੇ ਨੇ ਕਿਉਂਕਿ ਉਹੀ ਉਹਨਾਂ ਨੂੰ ਪਰੋਸਿਆ ਜਾਂਦਾ। ਪਰ ਆਪਣੇ ਇਸ ਹੈਰੀਟੇਜ ਮੰਥ 'ਤੇ ਆਹ ਜਿਹੜਾ ਆਪਣਾ ਧਨ ਹੈ ਜੇ ਇਸ ਪਾਸੇ ਲਾਇਆ ਜਾਵੇ ਤਾਂ ਹੀ ਕੋਈ ਫਾਇਦਾ ਹੋ ਸਕਦਾ ਹੈ। ਦੇਖੋ, ਸਿੱਧੀ ਜੀ ਗੱਲ ਹੈ, ਬਹੁਤਾ ਧਨ ਲਾਉਣ ਦੀ ਵੀ ਲੋੜ ਨਹੀਂ, ਬਹੁਤ ਸੌਖਾ ਜਿਹਾ ਕੰਮ ਹੈ। 5 ਲੱਖ ਲੋਕ ਕਹਿੰਦੇ ਨੇ ਇਕੱਤਰ ਹੁੰਦੇ ਸਿਰਫ ਸਰੀ ਦੇ ਵਿੱਚ ਜੀ। ਇੰਨੇ ਕੁ ਲੋਕਾਂ ਦੇ ਘੱਟੋ ਘੱਟ ਇੱਕ ਜਾਂ ਦੋ ਗੋਰੇ ਤਿਆਰ ਹੋਣਗੇ ਹੀ। ਹਾਂ, ਜਿਹੜੇ ਤੁਹਾਡੇ ਗੋਰੇ ਯਾਰ ਬੇਲੀ ਹੈ ਉਹਨਾਂ ਨੂੰ ਕਿਸ਼ਤਾਂ ਦੇ ਵਿੱਚ ਗੁਰੂਆਂ ਦਾ ਇਤਿਹਾਸ ਹੀ ਦੱਸ ਦਿਓ, ਤੁਹਾਨੂੰ ਵੱਡੇ ਇਕੱਠ ਕਰਨ ਦੀ ਲੋੜ ਹੀ ਨਹੀਂ। ਜੇ 5-10 ਬੰਦਿਆਂ ਨੂੰ ਵੀ ਆਪਣੇ ਘੇਰੇ ਵਿੱਚ ਦੱਸ ਸਫਲ ਤੁਸੀਂ ਹੋ ਗਏ ਤਾਂ ਵੇਖ ਲਓ ਆਪਣੇ 10 ਲੱਖ ਲੋਕਾਂ ਨੂੰ ਉੱਦਾਂ ਹੀ ਗਿਆਨ ਹੋ ਗਿਆ। 5 ਲੱਖ ਪਹਿਲਾਂ ਸੀਗੇ, 5 ਲੱਖ ਹੋਰ ਜੋੜ ਲਓਗੇ ਨਾਲ, ਠੀਕ ਹੈ ਜੀ। ਸੋ 5 ਲੱਖ ਲੋਕਾਂ ਨੂੰ ਤੁਸੀਂ ਵੈਸੇ ਹੀ ਇਕੱਲਾ ਬੰਦਾ ਵੀ ਮੈਸੇਜ ਦੇ ਕੇ ਨਾਲ ਜੋੜ ਸਕਦਾ। ਤੁਹਾਨੂੰ ਵੱਡੇ ਇਕੱਠ ਕਰਨ ਦੀ ਵੀ ਲੋੜ ਨਹੀਂ ਹੈ, ਇੰਨਾ ਪੈਸਾ ਲਾਉਣ ਦੀ ਵੀ ਲੋੜ ਨਹੀਂ ਹੈ। ਤੁਸੀਂ ਆਪਣੇ ਯਾਰ ਬੇਲੀਆਂ ਨੂੰ ਇਤਿਹਾਸ ਦੱਸ ਦਿਓ ਤਾਂ ਜੋ ਮੁੱਖ ਧਾਰਾ ਨੂੰ ਪਤਾ ਹੋਵੇ ਕਿ ਤੁਹਾਡੇ ਬਾਰੇ, ਤੁਹਾਡੇ ਪਿਛੋਕੜ ਬਾਰੇ। ਔਰ ਸਿੱਖ ਹੈਰੀਟੇਜ ਮੰਥ ਇੱਕ ਮੌਕਾ ਬਣਨਾ ਚਾਹੀਦਾ ਕਿ ਨਸਲਵਾਦ ਦੇ ਬਾਰੇ ਗੱਲ ਅੱਡੀਆਂ ਚੁੱਕ ਕੇ ਕਰੋ, ਕਿਉਂਕਿ ਗੁਰੂਆਂ ਨੇ ਸਾਨੂੰ ਤਾਂ ਦੱਸ ਹੀ ਦਿੱਤਾ ਕਿ ਸਿੱਖੀ ਦੇ ਵਿੱਚ ਤਾਂ ਨਸਲੀ ਭਿੰਨ ਭੇਦ ਦੀ ਕੋਈ ਥਾਂ ਹੀ ਨਹੀਂ, ਨਾ ਜ਼ਾਤ ਪਾਤ ਦੇ ਮਤਲਬ ਭਿੰਨ ਭੇਦ ਦੀ ਕੋਈ ਥਾਂ।
ਜਦੋਂ ਗੁਰੂਆਂ ਦਾ ਇਹ ਸੰਕਲਪ ਹੀ ਇਸ ਗੱਲ ਦਾ ਹੈ, ਏਕ ਨੂਰ ਸੇ ਸਭ ਜਬ ਉਪਜਿਆ ਉਹ ਭਲੇ ਕੋ ਬੰਦੇ। ਤੇ ਇਸ ਕਰਕੇ ਸਾਨੂੰ ਲੋੜ ਨਹੀਂ, ਨਾਲੇ ਲੰਗਰ ਦੀ ਪ੍ਰਥਾ ਦੇ ਪਿੱਛੇ ਵੀ ਇਹੀ ਸਪਿਰਿਟ ਆ। ਬਿਲਕੁਲ ਠੀਕ ਹੈ ਨਾ, ਚੌਂ ਉਪਦੇਸ਼ ਕੋ ਸਾਂਝਾ ਉਪਦੇਸ਼, ਉਹਦੇ ਪਿੱਛੇ ਵੀ ਸਪਿਰਿਟ ਉਹੀ ਹੈ। ਇੱਕੋ ਸਰੋਵਰ 'ਚ ਨਹਾਉਣ ਦੇ ਪਿੱਛੇ ਵੀ ਸਪਿਰਿਟ ਇਹੋ ਹੀ ਹੈ। ਜਿਹੜੇ 4 ਬੂਹੇ ਨੇ ਦਰਬਾਰ ਸਾਹਿਬ ਦੇ, ਉਸ ਦਾ ਮਤਲਬ ਵੀ ਇਹੋ ਹੀ ਹੈ। ਸੋ ਇਸ ਕਰਕੇ ਤੁਹਾਡੇ ਕੋਲ ਤਾਂ ਸਾਰਾ ਕੁਝ ਗੁਰੂਆਂ ਨੇ ਤੁਹਾਨੂੰ ਪਹਿਲਾਂ ਹੀ ਦੇ ਦਿੱਤਾ ਸੀ। ਨਸਲਵਾਦ ਨੂੰ ਸਮਝਣਾ ਤੇ ਨਸਲਵਾਦ ਨੂੰ ਸਮਝਦਿਆਂ ਦੂਜਿਆਂ ਨੂੰ ਆਪਣੇ ਨਾਲ ਜੋੜਨਾ, ਇਹ ਕੋਈ ਇੰਨਾ ਔਖਾ ਕੰਮ ਨਹੀਂਗਾ। ਤੁਹਾਡੇ ਕੋਲ ਸਾਰਾ ਕੁਝ ਤੁਹਾਡੀ ਵਿਰਾਸਤ 'ਚ ਪਿਆ ਹੋਇਆ। ਸੋ ਸਿਰਫ ਇਹ ਕਿ ਪ੍ਰਚਾਰ ਦੇ ਲਈ ਜਿਹੜੇ ਛੋਟੇ ਛੋਟੇ ਮਾਧਿਅਮ ਨੇ ਉਹ ਵੀ ਇਸਤੇਮਾਲ ਕੀਤੇ ਜਾ ਸਕਦੇ ਆ। ਤੁਹਾਨੂੰ ਬਹੁਤਾ ਅਡੰਬਰ ਰਚਣ ਦੀ, ਬਹੁਤੇ ਖਰਚੇ ਕਰਨ ਦੀ ਕੋਈ ਲੋੜ ਨਹੀਂ। ਬਹੁਤ ਖੂਬਸੂਰਤ ਗੱਲ ਹੈ ਕਿ ਜਦੋਂ ਅਸੀਂ ਨਿਰੰਤਰ ਸਫ਼ਰ ਦੀ ਜਾਂ ਇਹਨਾਂ ਪਹਿਲੂਆਂ ਦੀ ਗੱਲ ਕਰਦੇ ਹਾਂ, ਉਹਨਾਂ ਦੇ ਵਿੱਚੋਂ ਸਾਡੇ ਇਤਿਹਾਸ ਦੇ ਉਹ ਪੱਖ ਜਿਨ੍ਹਾਂ ਨੂੰ ਅੱਜ ਅਸੀਂ ਪ੍ਰਚਾਰਨਾ, ਦੂਸਰਿਆਂ ਤੱਕ ਪਹੁੰਚਾਉਣਾ, ਤਾਂ ਆਪਣੇ ਇਸ ਮਾਧਿਅਮ ਦੇ ਜ਼ਰੀਏ ਰਾਹੀਂ ਉਸ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰੀਏ। ਸੋ ਜਿਹੜੀ ਇਹ ਗੱਲਬਾਤ ਹੈ ਜਿਨ੍ਹਾਂ ਦੇ ਵਿੱਚੋਂ ਅਸੀਂ ਕੈਨੇਡਾ ਦੇ ਇਤਿਹਾਸ ਦੀ ਗੱਲ ਕੀਤੀ ਹੈ, ਜਦੋਂ ਦੂਸਰੇ ਪਾਸੇ ਜਿਹੜੇ ਮਾਰਟਨ ਲੂਥਰ ਕਿੰਗ ਦੀ ਗੱਲ ਕਰਦੇ ਹਾਂ, ਉਹਨਾਂ ਦੀ ਸ਼ਹਾਦਤ ਤੋਂ ਵੀ ਅੱਜ ਦੇਖੋ ਕਿੰਨਾ ਲੰਮਾ ਸਫ਼ਰ ਅਸੀਂ ਤੈਅ ਕਰ ਚੁੱਕੇ ਹਾਂ। ਪਰ ਫਿਰ ਵੀ ਜਿਹੜਾ ਜਿਸ ਤਰ੍ਹਾਂ ਦੇ ਨਸਲਵਾਦੀ ਹਮਲੇ ਹੁੰਦੇ ਨੇ, ਸਿਆਹ ਲੋਕਾਂ 'ਤੇ ਹਮਲੇ ਹੁੰਦੇ ਨੇ, ਪਿੱਛੇ ਜੇ ਰਿਚਮੰਡ ਹਿੱਲ 'ਤੇ ਇੱਕ ਸਿੱਖ ਨੂੰ 2 ਦਿਨ ਪਹਿਲਾਂ ਜਿਸ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ, ਸੋ ਅੱਜ ਉਹ ਦੌਰ ਵੀ ਲਗਾਤਾਰ ਚੱਲ ਰਿਹਾ। ਉਸ ਦੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਕਿਵੇਂ ਅਸੀਂ ਕਦਮ ਚੁੱਕ ਸਕਦੇ ਹਾਂ, ਇਹ ਵਿਚਾਰਨਾ ਜ਼ਰੂਰੀ ਹੈ। ਦੇਖੋ, ਮਾਰਟਨ ਲੂਥਰ ਕਿੰਗ ਜੂਨੀਅਰ ਦਾ ਇੱਕ ਕਥਨ ਹੈ ਜਿਹੜਾ ਦਿਮਾਗ 'ਚ ਤੁਹਾਡੇ ਸਾਰਿਆਂ ਦੇ ਹੋਣਾ ਚਾਹੀਦਾ ਕਿ ਜਿਸ ਦੇ ਪਿੱਛੇ ਸਪਿਰਿਟ ਆ, ਇੱਕ ਤੇ ਹਮਲਾ ਸਭ ਤੇ ਹਮਲਾ। ਜ਼ੁਲਮ ਦੁਨੀਆ 'ਚ ਕਿੱਥੇ ਵੀ ਹੁੰਦਾ ਹੋਵੇ, ਉਹ ਸਮਝ ਲਓ ਤੁਹਾਡੇ ਸਾਰਿਆਂ 'ਤੇ ਜ਼ੁਲਮ ਹੋ ਰਿਹਾ। ਉਸ ਕਿਸਮ ਦੀ ਏਕੇ ਦੀ ਭਾਵਨਾ ਲਾਜ਼ਮੀ ਹੈ। ਹੁਣ 9/11 ਤੋਂ ਬਾਅਦ ਜਦੋਂ ਮੁਸਲਮਾਨਾਂ 'ਤੇ ਹਮਲੇ ਹੋਏ, ਸਾਡੇ ਵਿੱਚੋਂ ਕਈਆਂ ਨੇ ਜ਼ੋਰ ਦੇ ਕੇ ਕਿਹਾ, ਜਦੋਂ ਸਿੱਖਾਂ 'ਤੇ ਵੀ ਹੋਣ ਲੱਗੇ, ਕਿ ਅਸੀਂ ਉਹ ਨਹੀਂ ਹਾਂ, ਅਸੀਂ ਉਹਨਾਂ ਨਾਲੋਂ ਵੱਖਰੇ ਹਾਂ, ਬਜਾਏ ਇਹ ਕਹਿਣ ਦੇ ਕਿ ਜੇ ਉਹਨਾਂ 'ਤੇ ਹਮਲਾ ਹੁੰਦਾ ਉਹ ਵੀ ਸਾਡੇ 'ਤੇ ਹਮਲਾ। ਗਦਰੀ ਬਾਬਾ ਨੇ ਆਪਣੇ ਦੌਰ ਦੇ ਵਿੱਚ ਜਦੋਂ ਗੈਰ ਸਿੱਖਾਂ 'ਤੇ ਹਮਲੇ ਹੁੰਦੇ ਸੀ ਨਾਲ ਖੜ੍ਹਦੇ ਸੀ, ਜਾਂ ਜਿਹੜੇ ਹਿੰਦੂ ਗਦਰੀ ਸੀ ਉਹ ਸਿੱਖ ਗਦਰੀਆਂ ਨਾਲ ਖੜ੍ਹਦੇ ਸੀ। ਜਦੋਂ ਦਸਤਾਰ ਦਾ ਮਸਲਾ ਉਹਨਾਂ ਵੇਲੇ ਵੀ ਆਇਆ, ਅੱਜ ਉਹ ਸਪਿਰਿਟ ਕਿੱਥੇ ਚਲੀ ਗਈ? ਮਾਰਟਨ ਲੂਥਰ ਕਿੰਗ ਜੂਨੀਅਰ ਉਹ ਗੱਲ ਕਹਿ ਰਿਹਾ ਜੋ ਗਦਰੀ ਬਾਬੇ ਕਰਦੇ ਹੁੰਦੇ ਸੀਗੇ ਵਿਹਾਰਕ ਰੂਪ ਦੇ ਵਿੱਚ, ਕਿ ਬੇਸਿਕਲੀ ਜਦੋਂ ਕਿਸੇ 'ਤੇ ਵੀ ਜ਼ੁਲਮ ਹੁੰਦਾ ਤੁਸੀਂ ਉੱਥੋਂ ਖੜ੍ਹੇ ਹੋਵੋ। ਉਦੋਂ ਅੱਜ ਉਹ ਇਕੱਲੇ ਸਿੱਖ ਦੀ ਗੱਲ ਨਹੀਂ, ਇਹ ਸਮਝ ਲਓ ਕਿ ਸਾਰੇ ਜਿਹੜੀ ਘੱਟ ਗਿਣਤੀ ਨੇ ਅਮਰੀਕਾ ਦੇ ਵਿੱਚ, ਜਿਨ੍ਹਾਂ ਦੀ ਚਮੜੀ ਦਾ ਰੰਗ ਭੂਰਾ, ਜਿਨ੍ਹਾਂ ਦੇ ਸਿਰਾਂ 'ਤੇ ਦਸਤਾਰਾਂ ਨੇ, ਜਿਨ੍ਹਾਂ ਦੇ ਸਿਰਾਂ 'ਤੇ ਕੇਸ ਨੇ, ਜਾਂ ਜਿਨ੍ਹਾਂ ਦੇ ਲੰਮੀ ਦਾੜੀਆਂ ਰੱਖੀਆਂ ਹੋਈਆਂ, ਚਾਹੇ ਉਹ ਸਿੱਖ ਨੇ ਜਾਂ ਨਹੀਂ, ਸਾਰੇ ਹੀ ਇਸ ਸਮੇਂ ਉਹਨਾਂ ਦੇ ਨਿਸ਼ਾਨੇ 'ਤੇ ਆ। ਉਹਨਾਂ ਨੂੰ ਉਸ ਗੱਲ ਦਾ ਕੋਈ ਮਤਲਬ ਨਹੀਂ ਕਿ ਤੁਸੀਂ ਸਿੱਖ ਹੋ ਜਾਂ ਮੁਸਲਮਾਨ ਹੋ ਜਾਂ ਹਿੰਦੂ ਹੋ ਜਾਂ ਤੁਸੀਂ ਬਾਹਰੋਂ ਆਏ ਹੋ। ਉਹਨਾਂ ਦੀ ਜਾਚੇ ਅਮਰੀਕਾ ਸਿਰਫ ਗੋਰੇ ਨਸਲ ਦੇ ਲੋਕਾਂ ਦਾ ਦੇਸ਼ ਹੋਣਾ ਚਾਹੀਦਾ। ਉਹਨਾਂ ਨਾਲ ਲੜਾਈ ਲੜਨ ਲਈ ਏਕਤਾ ਲਾਜ਼ਮੀ ਹੈ। ਇਹ ਜਿਹੜੇ ਆਪਸੀ ਵਖਰੇਵੇਂ ਨੇ ਦੂਰ ਕੀਤੇ ਜਾਣ। ਜਦੋਂ ਇੱਕ 'ਤੇ ਹਮਲਾ ਹੁੰਦਾ ਉਸ ਨੂੰ ਸਭ 'ਤੇ ਹਮਲਾ ਸਮਝ ਕੇ, ਜਾਣ ਕੇ ਉਸ ਦੇ ਖਿਲਾਫ ਸਾਂਝੀ ਲੜਾਈ ਵੱਢਣੀ ਚਾਹੀਦੀ ਹੈ। ਇਹ ਮੇਰਾ ਕਹਿਣਾ। ਚਾਹੇ ਉਹ ਮਾਰਟਨ ਲੂਥਰ ਕਿੰਗ ਜੂਨੀਅਰ ਤੋਂ ਤੁਸੀਂ ਸੇਧ ਲੈ ਲਓ, ਚਾਹੇ ਗਦਰੀਆਂ ਦੇ ਇਤਿਹਾਸ ਤੋਂ ਲੈ ਲਓ, ਚਾਹੇ ਗੁਰੂ ਸਾਹਿਬ ਦੇ ਇਤਿਹਾਸ ਤੋਂ ਲੈ ਲਓ। ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਤਾਂ ਦੂਜੇ ਫਿਰਕੇ ਦੇ ਲੋਕਾਂ ਲਈ ਆਪਣਾ ਸੀਸ ਦਿੱਤਾ ਸੀਗਾ। ਸੋ ਇਹ ਗੱਲਾਂ ਦੱਸਦੀਆਂ ਨੇ ਕਿ ਜਦੋਂ ਜ਼ੁਲਮ ਦੂਸਰੇ 'ਤੇ ਵੀ ਹੁੰਦਾ, ਉਸ ਨੂੰ ਆਪਣੇ 'ਤੇ ਹਮਲਾ ਜਾਣ ਕੇ ਖੜ੍ਹੇ ਹੋ ਜਾਓ, ਡਟ ਕੇ, ਇਹ ਜ਼ਰੂਰੀ ਹੈ। ਗੁਰਪ੍ਰੀਤ ਸਿੰਘ ਜੀ, ਇਹਨਾਂ ਵਿਚਾਰਾਂ ਲਈ, ਇਹਨਾਂ ਇਤਿਹਾਸ ਦੇ ਪੰਨਿਆਂ ਨੂੰ ਸਾਂਝਾ ਕਰਨ ਲਈ ਬਹੁਤ ਸ਼ੁਕਰੀਆ। ਸ਼ੁਕਰੀਆ, ਮਿਹਰਬਾਨੀ। ਅਖੀਰ ਦੇ ਵਿੱਚ ਇਹ ਕਿ ਇਤਿਹਾਸ ਜਿਹੜਾ ਹੁੰਦਾ ਇੱਕ ਸ਼ੀਸ਼ਾ ਹੁੰਦਾ ਜਿਸ ਦੇ ਸਾਹਮਣੇ ਖੜ੍ਹ ਕੇ ਅਸੀਂ ਆਪਣੇ ਚਿਹਰੇ ਦੀ ਕਾਲਖ ਜਿਹੜੀ ਹੈ ਸਾਫ਼ ਕਰ ਸਕਦੇ ਹਾਂ। ਸੋ ਜਦੋਂ ਅਸੀਂ ਇਸ ਸ਼ੀਸ਼ੇ ਦੇ ਮੂਹਰੇ ਅੱਜ ਖੜ੍ਹ ਕੇ ਦੇਖਦੇ ਹਾਂ ਕਿ ਅਸੀਂ ਕਿੰਨੇ ਕੁ ਦਾਗ ਲਾ ਲਏ ਨੇ, ਉਹਨਾਂ ਨੂੰ ਸਾਫ਼ ਕਰਨਾ ਬੜਾ ਜ਼ਰੂਰੀ ਹੈ। ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਾਰੂ ਅੱਜ ਦੇ ਦਿਨ 4 ਅਪ੍ਰੈਲ 1914 ਨੂੰ ਰਵਾਨਾ ਹੋਇਆ ਅਤੇ ਇੱਥੇ ਆ ਕੇ ਕਿੰਨਾ ਦੁਸ਼ਵਾਰੀਆਂ ਦੇ ਵਿੱਚੋਂ ਦੀ ਮੁਸਾਫਰ ਲੰਘੇ ਅਤੇ ਕੈਨੇਡਾ ਦੇ ਨਸਲਵਾਦ ਨੂੰ ਕਿਸ ਤਰੀਕੇ ਨਾਲ ਚੁਣੌਤੀਆਂ ਦਿੱਤੀਆਂ। ਇਹ ਸਾਡਾ ਵਿਰਸਾ ਹੈ ਜਿਸ 'ਤੇ ਮਾਣ ਮਹਿਸੂਸ ਕਰੀਏ। ਅਤੇ ਅੱਜ ਜਦੋਂ ਸਿੱਖ ਵਿਰਾਸਤੀ ਮਹੀਨਾ ਜਿਹੜਾ ਹੈ, ਇਹ ਖਾਲਸਾ ਸਾਜਨਾ ਮੰਥ ਜਿਹੜਾ ਬਾਕਾਇਦਾ ਮਨਾਇਆ ਜਾਂਦਾ, ਉਸ ਦੇ ਅਧੀਨ ਇਸ ਨੂੰ ਸਕੂਲਾਂ 'ਚ, ਆਪਣੇ ਅਦਾਰਿਆਂ 'ਚ, ਬਾਹਰ ਪ੍ਰਚਾਰੀਏ, ਹੋਰਨਾਂ ਕੌਮਾਂ 'ਚ, ਕਿਉਂਕਿ ਵਿਰਾਸਤੀ ਮਹੀਨਾ ਕਹਿਣ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਇਸ ਵਿਰਾਸਤ ਨੂੰ ਪ੍ਰਚਾਰ ਸਕਦੇ ਹੋ। ਸੋ ਇਹ ਤੁਹਾਨੂੰ ਹੱਕ ਦਿੰਦੀ ਹੈ ਇਹ ਗੱਲ। ਇਹ ਮਾਣ ਮਹਿਸੂਸ ਵਧਾਈਆਂ ਤੋਂ ਅੱਗੇ ਤੁਰ ਕੇ ਕੀਤਾ ਜਾ ਸਕਦਾ ਹੈ ਕਿ ਅਸੀਂ ਆਪਣੇ ਸਿਟੀ ਹਾਲਾਂ ਦੇ ਰਾਹੀਂ ਪੰਫਲੇਟ ਵੰਡੀਏ, ਸਕੂਲਾਂ ਰਾਹੀਂ, ਹੋਰਨਾਂ ਥਾਵਾਂ 'ਤੇ। ਦੂਸਰਾ, ਸ਼ਹੀਦ ਯੋਧਾ ਮਾਰਟਨ ਲੂਥਰ ਕਿੰਗ, ਜਿਸ ਨੇ ਅੱਜ ਦੇ ਦਿਨ ਕਾਲੇ ਸਿਆਹ ਲੋਕਾਂ ਦੇ ਖਿਲਾਫ ਹੋ ਰਹੇ ਨਸਲਵਾਦ ਦੇ ਖਿਲਾਫ ਲੜਾਈ ਲੜਦਿਆਂ ਸ਼ਹੀਦੀ ਪਾਈ, ਅਤੇ ਸਥਾਪਤੀ ਨੇ ਵੀ ਜਿਸ ਨੂੰ ਖਤਮ ਕਰਨ ਦੇ ਲਈ ਅਹਿਦ ਲਿਆ ਸੀ, ਉਸ ਦੀ ਸ਼ਹਾਦਤ ਵੀ ਸਾਨੂੰ ਇੱਕ ਸੁਨੇਹਾ ਦਿੰਦੀ ਹੈ ਕਿ ਨਸਲਵਾਦ ਦਾ ਕੋਈ ਵੀ ਰੂਪ ਹੋਵੇ ਉਸ ਨੂੰ ਬਰਦਾਸ਼ਤ ਨਾ ਕੀਤਾ ਜਾਵੇ। ਅਤੇ ਜਿਸ ਧਰਤੀ ਤੋਂ ਅਸੀਂ ਆਏ ਹਾਂ, ਉੱਥੇ ਵੀ ਜੋ ਅੱਜ ਹੋ ਰਿਹਾ ਹੈ ਉਸ ਦੇ ਖਿਲਾਫ ਸਾਡਾ ਬੋਲਣਾ ਬੜਾ ਜ਼ਰੂਰੀ ਹੈ। ਤਾਂ ਹੀ ਅਸੀਂ ਉਹਨਾਂ ਯੋਧਿਆਂ ਦੇ ਵਾਰਸ ਅਖਵਾ ਸਕਦੇ ਹਾਂ। ਅਤੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਸਾਨੂੰ ਸੁਨੇਹਾ ਦਿੱਤਾ ਹੈ
ਕਿ ਸਰਬੱਤ ਦੇ ਭਲੇ ਦੀ ਗੱਲ, ਜਿਸ ਨੂੰ ਅਸੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿ ਕੇ ਰੋਜ਼ ਅਰਦਾਸ ਕਰਦੇ ਹਾਂ। ਅੱਜ ਇਹਨਾਂ ਯੋਧਿਆਂ ਦੇ ਇਤਿਹਾਸ ਨੂੰ ਦੇਖ ਕੇ ਜ਼ਰੂਰ ਖਿਆਲ ਰੱਖੀਏ ਤੇ ਸਾਰੇ ਮਨੁੱਖਤਾਵਾਦੀ ਸੋਚ ਤੇ ਧਾਰਨੀ ਇਸ ਤੇ ਪਹਿਰਾ ਦੇਣ ਕਿ ਅਵਲ ਅੱਲਾ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌ ਮੰਦੇ। ਆਪ ਸਮੂਹ ਦਰਸ਼ਕਾਂ ਦਾ ਹਾਰਦਿਕ ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।